ਨੇ ਕਿ ਅੱਜ ਇਹ 에ਅਰ ਪੋਲਿਊਸ਼ਨ ਇਸ ਕਦਰ ਤੱਕ ਵੱਧ ਚੁੱਕਿਆ ਹੈ ਕਿ ਆਬੋ ਹਵਾ ਬਹੁਤ ਮੈਲੀ ਹੋ ਗਈ ਹੈ, ਸਾਹ ਲੈਣਾ ਵੀ ਔਖਾ ਹੋ ਗਿਆ। ਉਸਦੇ ਕਾਰਨ ਕੀ ਨੇ? ਦੇਖੋ, ਇਸ ਦੇ ਕਾਰਨਾਂ ਵਿੱਚ ਅਣਗਿਣਤ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਨੇ, ਪਰ ਮੁੱਦਾ ਇਸ ਕਾਰਨ ਗੰਭੀਰ ਹੈ ਕਿ ਇਹਦੇ ਵਿੱਚ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਕਿ ਹਰ ਸਾਲ ਦੁਨੀਆ ਭਰ ਵਿੱਚ 7 ਮਿਲੀਅਨ ਲੋਕ ਮਰ ਰਹੇ ਨੇ ਸਿਰਫ ਤੇ ਸਿਰਫ ਇਸ 에ਅਰ ਪੋਲਿਊਸ਼ਨ ਸਦਕਾ। ਹੁਣ ਇਹਦੇ ਵਿੱਚ ਇੱਕ ਹੋਰ ਅਹਿਮ ਜੋ ਨੁਕਤਾ ਸਾਹਮਣੇ ਆਇਆ ਕਿ ਜਵਾਲਾਮੁਖੀ ਰਾਹੀਂ ਜਿਹੜੇ ਵੀ ਫਟਦੇ ਉਹ ਵੀ ਬਹੁਤ ਇਹਦੇ ਵਿੱਚ ਜੋ ਸਾਡੀ ਚੁਫੇਰੇ ਦੇ ਵਿੱਚ ਜਿਸ ਤਰੀਕੇ ਦੀ ਪੋਲਿਊਸ਼ਨ ਹੈ ਉਹਦੇ ਵਿੱਚ ਉਹਨਾਂ ਦਾ ਵੀ ਰੋਲ ਹੈ। ਕਿਸ ਤਰੀਕੇ ਦੇ ਨਾਲ, ਕਿਹੜੇ ਅਜਿਹੇ ਫੈਕਟਰਸ ਦੇ ਨਾਲ ਅਸੀਂ ਬਚਾ ਕਰ ਸਕਦੇ ਹਾਂ? ਜੇਕਰ ਆਪਣੇ ਘਰ ਤੋਂ ਹੀ ਸ਼ੁਰੂਆਤ ਕਰੀਏ, ਜਿਹਦਾ ਪਲਾਂਟੇਸ਼ਨ ਹੋਗੀ, ਹੋਰ ਕਿਹੜੀਆਂ ਅਜਿਹੀਆਂ ਚੀਜ਼ਾਂ ਨੇ ਜਿਹਦੇ ਨਾਲ ਅਸੀਂ ਆਪਣੇ ਸਮਾਜ ਨੂੰ, ਆਪਣੀ ਆਬੋ ਹਵਾ ਨੂੰ ਬਚਾ ਸਕਦੇ ਹਾਂ? ਦੇਖੋ, ਸਭ ਤੋਂ ਅਹਿਮ ਚੀਜ਼ ਹੁੰਦੀ ਜੇ ਆਉਣ ਵਾਲੀ ਪੁਸ਼ਤ ਨੂੰ ਉਸ ਪ੍ਰਤੀ ਜਾਗਰੂਕ ਕਰਨਾ। ਇਹਦਾ ਮਤਲਬ ਹੈ ਸਾਡੇ ਸਕੂਲ ਕਾਲਜਿਸ ਵਿੱਚ ਇਹਦੀਆਂ ਜਿੱਥੇ 에ਅਰ ਪੋਲਿਊਸ਼ਨ ਦੇ ਬਾਰੇ, ਇਹਦੇ ਨੁਕਸਾਨਾਂ ਬਾਰੇ ਜ਼ਰੂਰ ਉਹਨਾਂ ਨੂੰ ਅਸੀਂ ਚੇਤੰਨ ਕਰੀਏ, ਉੱਥੇ ਹੀ ਇਹਦੇ ਬਚਾਉਣ ਦੇ ਢੰਗ ਬਾਰੇ ਉਹਨਾਂ ਨੂੰ ਸਮਝਾਉਣਾ ਜ਼ਰੂਰੀ ਹੈ। ਜਿਹੜੇ ਦਰਖਤ ਆਲਰੇਡੀ ਲੱਗੇ ਲਗਾਏ ਸੀਗੇ, ਜਿਹੜੇ ਸੰਘਣੀਆਂ ਛਾਵਾਂ ਦੇ ਰਹੇ ਸੀ, ਜੇਕਰ ਸਾਨੂੰ ਚੱਜ ਦਾ ਇੱਕ ਆਬੋ ਹਵਾ ਦੇ ਰਹੇ ਸੀ, ਜੇਕਰ ਅਸੀਂ ਉਸ ਨੂੰ ਖੁਦ ਹੀ ਮਾਰ ਦੇਵਾਂਗੇ, ਫਿਰ ਅਸੀਂ ਕੀ ਉਮੀਦ ਕਰਾਂਗੇ ਕਿ ਜਿਹੜੇ ਪਾਲਣਹਾਰ, ਜਿਹੜੇ ਰਾਖਣਹਾਰ, ਜਿਹੜੇ ਸੇਵਾਦਾਰ ਅਸੀਂ ਬਿਠਾਏ ਨੇ, ਜਦ ਉਹੀਓ ਅਜਿਹੀਆਂ ਚੀਜ਼ਾਂ ਕਰਨਗੇ, ਫਿਰ ਉਸ ਤੋਂ ਬਾਅਦ ਅਸੀਂ ਉਮੀਦ ਤਾਂ ਨਾ ਉਮੀਦੇ ਹੁੰਦੇ ਹੋਏ ਕਿਤੇ ਨਜ਼ਰ ਆਉਂਦੇ। ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਕਿਉਂਕਿ ਇਸ ਸਾਰੀਆਂ ਇੰਨੀਆਂ ਵੱਡੀ ਗਿਣਤੀ ਵਿੱਚ ਮੌਤਾਂ ਦੇ ਵਿੱਚ ਜ਼ਿੰਮੇਵਾਰੀ ਸਰਕਾਰ ਦੀ ਮੈਂ ਤਾਂ ਸਗੋਂ ਬਹੁਤ ਜ਼ਿਆਦਾ ਗਿਣਦੀ ਹਾਂ, ਕਿਉਂਕਿ ਜਿਵੇਂ ਜੇ ਇਹ ਖੋਜਾਂ ਦੇ ਅਨੁਸਾਰ ਹੀ ਫੈਕਟਰੀਆਂ ਇੱਕ ਅਹਿਮ ਕਾਰਨ ਬਣਦੀਆਂ ਜਾ ਰਹੀਆਂ ਨੇ, ਤਾਂ ਲਾਉਣ ਵਾਲੇ ਕੌਣ ਨੇ? ਜੇ ਉਹਨਾਂ ਵਿੱਚ ਜਦੋਂ ਅਸੀਂ ਗਿਣਤੀ ਦੇਖਦੇ ਹਾਂ ਤੇ ਬਹੁਤੀ ਵਾਰ ਹੁੰਦੇ ਹੀ ਸਿਆਸਤਦਾਨ ਜਾਂ ਉਹਨਾਂ ਦੇ ਰਿਸ਼ਤੇਦਾਰ ਨੇ, ਤਾਂ ਫਿਰ ਦੱਸੋ ਕਿਸ ਦੇ ਅੱਗੇ ਰੋਣਾ ਰੋਈਏ ਜਦੋਂ ਵਾੜ ਹੀ ਖੇਤ ਨੂੰ ਖਾਣ ਦੀ ਹੋਵੇ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਪ੍ਰਭਾਨੀ ਅਨੇਜਾ ਤੇ ਸਾਡੀ ਖਾਸ ਪੇਸ਼ਕਸ਼ ਸਾਂਝੀ ਗੱਲਬਾਤ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਇਸ ਪ੍ਰੋਗਰਾਮ ਦੇ ਦੌਰਾਨ ਅਸੀਂ ਪ੍ਰਦੂਸ਼ਣ ਦਾ ਜ਼ਿਕਰ ਕਰਾਂਗੇ, ਹਵਾ ਪ੍ਰਦੂਸ਼ਣ ਯਾਨੀ ਕਿ 에ਅਰ ਪੋਲਿਊਸ਼ਨ, ਕਿਉਂਕਿ ਉਸ ਦਾ ਜ਼ਿਕਰ ਕਰਨਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਗਿਆ ਹੈ। ਅਸੀਂ ਜਦ ਘਰਾਂ ਤੋਂ ਬਾਹਰ ਨਿਕਲਦੇ ਹਾਂ, ਹਾਲਾਂਕਿ ਮਾਸਕ ਪਾਉਣ ਦੀ ਆਦਤ ਜੋ ਹੈ ਉਹ ਕੋਵਿਡ ਨੇ ਜ਼ਰੂਰ ਪਾਈ ਹੈ, ਲੇਕਿਨ ਉਸ ਤੋਂ ਪਹਿਲਾਂ ਜੇਕਰ ਅਸੀਂ ਦਿੱਲੀ ਵਰਗੇ, ਇੰਡੀਆ ਦੀ ਕੈਪੀਟਲ ਵਰਗੇ ਦੇ ਸ਼ਹਿਰ ਦੀ ਗੱਲ ਕਰੀਏ ਜਾਂ ਹੋਰ ਕਈ ਕੰਟਰੀਜ਼ ਦੇ ਵਿੱਚ ਵੀ ਜ਼ਿਕਰ ਕਰੀਏ, ਪੋਲਿਊਸ਼ਨ ਦੇ ਕਾਰਨ ਮਾਸਕ ਜੋ ਹੈ ਉਹ ਲਗਾਇਆ ਜਾਂਦਾ ਆ ਰਿਹਾ ਹੈ। ਯਾਨੀ ਕਿ ਅਗਰ ਅਸੀਂ ਦੇਖੀਏ ਤਾਂ 에ਅਰ ਪੋਲਿਊਸ਼ਨ ਇਸ ਹੱਦ ਤੱਕ ਵੱਧ ਚੁੱਕਿਆ ਹੈ ਕਿ ਸਾਹ ਲੈਣਾ ਵੀ ਜੋ ਔਖਾ ਹੋ ਗਿਆ। ਆਖਿਰਕਾਰ ਉਸ ਦੇ ਕਾਰਨ ਕੀ ਨੇ? ਇਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿੰਨਾ ਕੁ ਨੁਕਸਾਨ ਹੋਵੇਗਾ? ਇਸ ਤੋਂ ਕਿਸ ਤਰੀਕੇ ਦੇ ਨਾਲ ਬਚਾ ਕੇ ਕੀਤਾ ਜਾ ਸਕਦਾ? ਅੱਜ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਇਸ ਬਾਬਤ ਚਰਚਾ ਕਰਾਂਗੇ ਔਰ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦੇਣ ਲਈ ਖਾਸ ਤੌਰ ਤੇ ਮੌਜੂਦ ਨੇ ਡਾਕਟਰ ਹਰਸ਼ਿੰਦਰ ਕੌਰ ਜੀ। ਮੈਂ ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਵੇਖ ਸਕਦੇ ਨੇ ਸਭਨਾਂ ਨੂੰ ਬਹੁਤ ਬਹੁਤ ਨਿੱਘੀ ਸਤਿ ਸ਼੍ਰੀ ਅਕਾਲ। ਸੋ ਅਸੀਂ ਅੱਜ 에ਅਰ ਪੋਲਿਊਸ਼ਨ ਮੁੱਦਾ ਜੋ ਹੈ ਉਹ ਚੁਣਿਆ ਹੈ। 에ਅਰ ਪੋਲਿਊਸ਼ਨ ਅੱਜ ਦੇ ਸਮੇਂ, ਸਭ ਤੋਂ ਪਹਿਲਾਂ ਤਾਂ ਜੇਕਰ ਮੈਂ ਕਹਾਂ ਕਿ ਕਾਰਨ ਕੀ ਨੇ ਕਿ ਅੱਜ ਇਹ 에ਅਰ ਪੋਲਿਊਸ਼ਨ ਇਸ ਕਦਰ ਤੱਕ ਵੱਧ ਚੁੱਕਿਆ ਹੈ ਕਿ ਆਬੋ ਹਵਾ ਬਹੁਤ ਮੈਲੀ ਹੋ ਗਈ ਹੈ, ਸਾਹ ਲੈਣਾ ਵੀ ਔਖਾ ਹੋ ਗਿਆ। ਉਸਦੇ ਕਾਰਨ ਕੀ ਨੇ? ਦੇਖੋ, ਇਸ ਦੇ ਕਾਰਨਾਂ ਵਿੱਚ ਅਣਗਿਣਤ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਨੇ, ਪਰ ਮੁੱਦਾ ਇਸ ਕਾਰਨ ਗੰਭੀਰ ਹੈ ਕਿ ਇਹਦੇ ਵਿੱਚ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਕਿ ਹਰ ਸਾਲ ਦੁਨੀਆ ਭਰ ਵਿੱਚ 7 ਮਿਲੀਅਨ ਲੋਕ ਮਰ ਰਹੇ ਨੇ ਸਿਰਫ ਤੇ ਸਿਰਫ ਇਸ 에ਅਰ ਪੋਲਿਊਸ਼ਨ ਸਦਕਾ। ਤੇ ਤੁਸੀਂ ਹੈਰਾਨ ਇਸ ਤੋਂ ਵੀ ਵੱਧ ਹੋਵੋਗੇ ਜਿਹੜੇ ਤਾਂ ਲੰਘਾ ਗਏ, ਉਮਰ ਲੰਘਾ ਗਏ, ਪਰ ਇਸ ਤੋਂ ਇਲਾਵਾ ਕੋਈ ਲਗਭਗ 26 ਮਿਲੀਅਨ ਲੋਕ ਨੇ ਹਰ ਸਾਲ ਜੋ 에ਅਰ ਪੋਲਿਊਸ਼ਨ ਨਾਲ ਬਿਮਾਰ ਪੈ ਰਹੇ ਨੇ, ਹਸਪਤਾਲਾਂ ਦੇ ਗੇੜੇ ਕੱਢ ਰਹੇ ਨੇ ਜਾਂ ਘਰ-ਬਾਰ ਵਿਕਣ ਤੱਕ ਪਹੁੰਚੇ ਪਏ ਨੇ, ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਦੀ ਬਿਮਾਰੀ ਜਿਹੜੀ ਉਹਨਾਂ ਦੇ ਅੰਦਰੂਨੀ ਅੰਗਾਂ ਦਾ ਨਾਸ ਮਾਰ ਚੁੱਕੀ ਹੈ, ਜਾਂ ਫਿਰ ਕੁਝ ਹਮੇਸ਼ਾ ਲਈ ਸਾਹ ਦੇ ਰੋਗੀ ਬਣ ਚੁੱਕੇ ਨੇ, ਉਹਦੇ ਲਈ ਗੇੜੇ ਹਸਪਤਾਲਾਂ ਦੇ ਕੱਢ ਰਹੇ ਨੇ। ਕਿਸੇ ਦਾ ਇਮਿਊਨ ਸਿਸਟਮ ਠੱਪ ਹੋ ਗਿਆ ਤੇ ਕਿਸੇ ਦੇ
रिप्रोडक्टिव सिस्टम यानी पूरे ਦਾ ਪੂਰੇ ਉਹ ਆਰਗਨ ਦਾ ਕੰਮਕਾਰ ਵੀ ਘਟ ਗਿਆ, ਯਾਨੀ ਇੱਕ ਤਰੀਕੇ ਨਪੁੰਸਕ ਹੋ ਜਾਣੇ ਤੱਕ ਤੁਸੀਂ ਸਮਝ ਸਕਦੇ ਹੋ ਕਿੰਨਾ ਜ਼ਬਰਦਸਤ ਅਸਰ ਇਹ ਸਿਰਫ 에ਅਰ ਪੋਲਿਊਸ਼ਨ ਪਾ ਰਹੀ ਹੈ, ਜਿਸ ਵਿੱਚ ਮੇਜਰ ਰੋਲ ਜੋ ਮੰਨਿਆ ਗਿਆ ਹੁਣ ਉਹ ਤਾਂ ਹੈ ਸੜਕੀ ਆਵਾਜਾਈ, ਜਿਹਦੇ ਵਿੱਚ ਸਾਡੇ ਵੱਲੋਂ ਦੇਖੋ ਨਾ, ਹੁਣ ਜੇ ਅਸੀਂ ਭਾਰਤ ਦੀ ਗੱਲ ਹੀ ਕਰਦੇ ਹਾਂ, ਦੁਨੀਆ ਦਾ ਸਭ ਤੋਂ ਵੱਧ ਪੋਪੂਲੇਟਡ ਅਸੀਂ ਥਾਂ ਬਣਾ ਛੱਡਿਆ ਇਹ ਮੁਲਕ, ਤੇ ਫਿਰ ਹਰ ਇੱਕ ਘਰ ਦੇ ਵਿੱਚ ਜੇ ਝਾਤ ਮਾਰੋ, ਅੱਗੇ ਤਾਂ ਕਿਤੇ ਪੂਰੀ ਕਾਲੋਨੀ 'ਚ ਇੱਕ ਕਾਰ ਦਿਸਦੀ ਸੀ, ਹੁਣ ਤਾਂ ਵਿਰਲੇ ਹੀ ਕੋਈ ਘਰ ਦਿਸਦੇ ਨੇ ਜਿਨ੍ਹਾਂ ਕੋਲ ਕਾਰ ਨਾ ਹੋਏ, ਬਲਕਿ ਇੱਕ ਇੱਕ ਘਰ ਵਿੱਚ ਕਿਤੇ ਕਿਤੇ ਤਾਂ ਤੁਹਾਨੂੰ 4-4 ਕਾਰਾਂ ਵੀ ਖੜੀਆਂ ਦਿਸਣਗੀਆਂ। ਮਜਬੂਰੀ ਹੈ, ਮੈਂ ਕਿਸੇ ਤੇ ਉਂਗਲ ਨਹੀਂ ਚੁੱਕ ਰਹੀ ਕਿ ਕੋਈ ਕਿਉਂ ਰੱਖ ਰਿਹਾ। ਮੇਰੇ ਆਪਣੇ ਘਰ 'ਚ ਵੀ 2, ਜਦੋਂ ਮੈਂ ਵੱਖ ਜਾਣਾ ਤੇ ਡਾਕਟਰ ਸਾਹਿਬ ਨੇ ਵੱਖ ਜਾਣਾ, ਤਾਂ ਸਾਨੂੰ ਵੀ ਮਜਬੂਰੀ ਤਹਿਤ, ਕਿਉਂਕਿ ਦੇਰ ਸਵੇਰ ਦੀਆਂ ਡਿਊਟੀਆਂ ਤੇ ਸਮਾਜ ਹੀ ਇਹੋ ਜਿਹਾ ਅਸੀਂ ਆਪਣਾ ਬਣਾ ਛੱਡਿਆ ਕਿ ਅਸੀਂ ਰਾਤ ਦੇ ਵੇਲੇ ਸਕੂਟਰ ਤੇ ਜਾਣਾ ਅਸੀਂ ਸੇਫ ਸਮਝਦੇ ਹੀ ਨਹੀਂ। ਸੋ ਇਹ ਦੇ ਨਾਲੋਂ ਨਾਲ ਕਿਸ ਤਰੀਕੇ ਸਾਡੀਆਂ ਬੱਸਾਂ ਦੇ ਵਿੱਚ ਵਾਧਾ, ਸਾਡੇ ਹੋਰ ਵੀ ਸਾਰੇ ਤਰ੍ਹਾਂ ਦੇ ਸੜਕੀ ਆਵਾਜਾਈ ਜਿਹੜੀ ਵੀ ਅਸੀਂ ਨਾਲ ਜੋੜ ਸਕਦੇ ਹਾਂ, ਜਿਸ ਵਿੱਚ ਭਾਵੇਂ 3 ਵੀਲਰ ਨੂੰ ਲਾ ਲਵੋ, ਟੈਕਸੀਜ਼ ਲਾ ਲਵੋ, ਜਾਂ ਫਿਰ ਜਹਾਜ਼, ਹਵਾਈ ਜਹਾਜ਼ਾਂ ਤੱਕ, ਯਾਨੀ ਇਹ ਸਾਡਾ ਹੀ ਜੇ ਜੋ ਅਸੀਂ ਇਹ ਸਾਰੇ ਦਾ ਸਾਰਾ ਪ੍ਰਦੂਸ਼ਣ ਵਿੱਚ ਇਹਨੂੰ ਅਸੀਂ ਸ਼ਾਮਲ ਕੀਤਾ। ਉਹਦੇ ਵਿੱਚ ਦੂਜੇ ਨੰਬਰ ਤੇ ਤੁਸੀਂ ਹੈਰਾਨ ਹੋਵੋਗੇ ਕਿ ਸਾਡੀਆਂ ਫੈਕਟਰੀਆਂ, ਜਿਨ੍ਹਾਂ ਵਿੱਚ ਅਸੀਂ ਕੋਈ ਕੰਟਰੋਲ ਨਹੀਂ ਰੱਖ ਰਹੇ, ਜਿਸਨੇ ਸਾਰੇ ਪਾਸੇ ਇਹ ਆਬੋ ਹਵਾ ਜ਼ਹਿਰੀਲੀ ਬਣਾ ਦਿੱਤੀ, ਸਾਡੀ ਆਉਣ ਵਾਲੀ ਨਸਲ ਵੀ ਤਬਾਹ ਕਰਨ ਨੂੰ ਤੁਲੀਆਂ ਨੇ, ਤੇ ਸਾਨੂੰ ਤੇ ਉਹ ਮਾਰ ਹੀ ਤਿਲ ਮਰਨ ਵਾਲੇ ਪਾਸੇ ਨੂੰ ਤੋਰ ਰਹੀਆਂ ਨੇ, ਸਾਨੂੰ ਤੇ ਮਾਰ ਹੀ ਰਹੀਆਂ ਨੇ। ਹੁਣ ਇਹਦੇ ਵਿੱਚ ਇੱਕ ਹੋਰ ਅਹਿਮ ਜੋ ਨੁਕਤਾ ਸਾਹਮਣੇ ਆਇਆ ਕਿ ਜਵਾਲਾਮੁਖੀ ਰਾਹੀਂ ਜਿਹੜੇ ਵੀ ਫਟਦੇ, ਉਹ ਵੀ ਬਹੁਤ ਇਹਦੇ ਵਿੱਚ ਜੋ ਸਾਡੀ ਚੁਫੇਰੇ ਦੇ ਵਿੱਚ ਜਿਸ ਤਰੀਕੇ ਦੀ ਪੋਲਿਊਸ਼ਨ ਹੈ, ਉਹਦੇ ਵਿੱਚ ਉਹਨਾਂ ਦਾ ਵੀ ਰੋਲ ਹੈ। ਹੁਣ ਇਹਦੇ ਵਿੱਚ ਇੱਕ ਹੋਰ ਜੋ ਚੌਥਾ ਅਸੀਂ ਜੋੜ ਦਿੱਤਾ, ਜਿਹਨੂੰ ਅਸੀਂ ਸਮੌਗ ਕਹਿਣਾ ਸ਼ੁਰੂ ਕੀਤਾ, ਜਿਸ ਵਿੱਚ ਸਾਡੇ ਕਿਸਾਨ ਵੀਰਾਂ ਵੱਲੋਂ ਜਦੋਂ ਅੱਗ ਲਾਈ ਜਾਂਦੀ ਹੈ ਆਪਣੇ ਖੇਤਾਂ ਦੇ ਵਿੱਚ, ਤਾਂ ਉਹ ਜਿਹੜੀਆਂ ਗੈਸਾਂ ਉਹਦੇ ਵਿੱਚੋਂ ਪ੍ਰਦੂਸ਼ਿਤ ਕਰਨ ਵਾਸਤੇ ਹਵਾ ਨੂੰ ਨਿਕਲਦੀਆਂ ਨੇ, ਉਹਨਾਂ ਦਾ ਬਹੁਤ ਅਹਿਮ ਰੋਲ, ਨਾ ਸਿਰਫ ਕਿ ਉਦੋਂ ਐਕਸੀਡੈਂਟ ਹੋ ਜਾਣੇ ਜਾਂ ਵਿੱਚ ਕਿਸੇ ਦਾ ਸੜ ਜਾਣਾ, ਮਰ ਜਾਣਾ, ਤੋਂ ਲੈ ਕੇ ਤੁਸੀਂ, ਜੇ ਮੈਂ ਹੁਣ ਤੁਹਾਨੂੰ ਖੋਜਾਂ ਦੱਸ ਦਿਆਂ ਤਾਂ ਉਹ ਸੱਚਮੁੱਚ ਡਰਾਉਣ ਵਾਲੀਆਂ ਨੇ, ਕਿਉਂਕਿ ਨਾ ਸਿਰਫ ਉਸ ਸਮੇਂ ਹੀ ਫੇਫੜਿਆਂ ਦੇ ਰੋਗ ਕਰਦੀਆਂ ਨੇ, ਨਿੱਕੇ ਬੱਚਿਆਂ ਦੇ ਫੇਫੜਿਆਂ 'ਚ ਸਦੀਵੀ ਨੁਕਸ ਵੀ ਕਰ ਦਿੰਦੀਆਂ ਨੇ। ਪਰ ਤੁਸੀਂ ਇਹ ਵੀ ਪ੍ਰਭਾਨੀ ਜੀ ਹੈਰਾਨ ਹੋਵੋਗੇ ਕਿ ਜਿਹੜੇ ਮਾਂ ਦੇ ਢਿੱਡ ਅੰਦਰ ਪਲ ਰਿਹਾ ਬੱਚਾ ਹੈ ਨਾ ਜੀ, ਉਹਦੇ ਵਿੱਚ ਵੀ, ਉਹਦੇ ਦਿਮਾਗ ਦੇ ਵਿਕਾਸ ਵਿੱਚ, ਉਹਦੇ ਹੋਰ ਅੰਗਾਂ ਦੇ ਕੰਮਕਾਰ ਵਿੱਚ, ਤੇ ਨਾਲੋਂ ਨਾਲ ਉਹਦੇ ਪੂਰੇ ਅੰਗਾਂ ਦੀ ਬਣਤਰ ਤੋਂ ਇਲਾਵਾ ਉਹਦਾ ਸਤਮਾਇਆ ਜੰਮ ਜਾਣਾ, ਜਾਂ ਉਹਨੂੰ ਛੋਟੀ ਉਮਰੇ ਬਲੱਡ ਪ੍ਰੈਸ਼ਰ ਹੋ ਜਾਣਾ, ਉਹਦਾ ਇੰਟੈਲੀਜੈਂਟ ਕੋਸ਼ੈਂਟ ਯਾਨੀ ਉਹਦੀ ਲਾਇਕ ਕਿੰਨਾ ਕੁ ਬਣਨਾ ਸੀ, ਉਹਦੇ ਵਿੱਚ ਘਾਟਾ ਹੋ ਜਾਣਾ। ਤੇ ਫਿਰ ਤੁਸੀਂ ਇਹ ਵੀ ਵੇਖ ਲਓ ਕਿ ਜੋ ਖੋਜਾਂ ਜਿਸ ਤਰੀਕੇ ਦੀਆਂ ਇਹ ਸਾਡੇ ਕੋਲ ਇਸ ਵੇਲੇ, ਜੋ ਮੇਰੇ ਕੋਲ ਕੁਝ ਲੰਡਨ ਯੂਨੀਵਰਸਿਟੀ ਦੀਆਂ ਨੇ ਜਾਂ ਕੁਝ ਆਲ ਇੰਡੀਆ ਇੰਸਟੀਚਿਊਟ ਦੀਆਂ ਨੇ, PGI ਦੀਆਂ ਨੇ, ਸਾਡੇ ਇੱਥੇ ਦੀਆਂ ਵੀ ਤੇ ਬਾਹਰਲੇ ਮੁਲਕਾਂ ਦੀਆਂ ਵੀ, ਜਿਨ੍ਹਾਂ 'ਚ ਘੱਟੋ ਘੱਟ ਕਿਸੇ ਤੇ 57,000, ਕਿਸੇ ਤੇ ਲੱਖ, ਕਿਸੇ ਤੇ 2 ਲੱਖ ਬੰਦਿਆਂ ਤੇ ਖੋਜਾਂ ਕੀਤੀਆਂ ਗਈਆਂ। ਉਹਨਾਂ ਵਿੱਚ ਦੇਖਿਆ ਗਿਆ ਕਿ ਜਿਹੜੇ ਸੜਕਾਂ ਦੇ ਨੇੜੇ ਤੇੜੇ ਜੋ ਵਸਦੇ ਸਨ, ਯਾਨੀ ਜਿੱਥੇ ਆਵਾਜਾਈ ਵੱਧ ਸੀ, ਉਸ ਥਾਂ ਤੇ ਕੈਂਸਰ ਹੁੰਦਾ ਜ਼ਿਆਦਾ ਵੇਖਿਆ ਗਿਆ। ਖਾਸ ਤੌਰ ਤੇ ਉਹਨਾਂ ਦੇਖਿਆ ਕਿ 57,000 ਔਰਤਾਂ ਜਿਨ੍ਹਾਂ ਤੇ ਜਿਹੜੀਆਂ ਕੈਂਸਰ ਪੀੜਤ, ਛਾਤੀ ਦੇ ਕੈਂਸਰ ਨਾਲ ਪੀੜਤ ਸਨ, ਜਦੋਂ ਉਹਨਾਂ ਦੀ ਸਾਰੀ ਇਹ ਪਿਛੋਕੜ ਘੋਲਿਆ, ਕੁਝ ਦੇਖਿਆ ਗਿਆ, ਲੱਭਿਆ ਗਿਆ, ਤਾਂ ਪਤਾ ਲੱਗਿਆ ਉਸ ਵਿੱਚੋਂ 90% ਤੋਂ ਵੱਧ ਸਨ ਜਿਹੜੀ ਉਹਨਾਂ ਥਾਵਾਂ ਤੇ ਸਨ ਜਿੱਥੇ ਜਾਂ ਤਾਂ ਜਹਾਜ਼ ਨੇੜਿਓਂ ਲੰਘਦਾ ਹੈ, ਉੱਥੇ ਲਗਾਤਾਰ ਉਹਦਾ ਸੀ, ਜਾਂ ਸੜਕੀ ਆਵਾਜਾਈ ਨੇੜੇ ਸੀ ਉੱਥੋਂ ਦੇ, ਜਾਂ ਫੈਕਟਰੀਆਂ ਨੇੜੇ ਸਨ, ਯਾਨੀ ਉਹ ਹਵਾ ਦੇ ਪ੍ਰਦੂਸ਼ਣ ਤੋਂ ਜਿਹੜੇ ਕਣ ਹੁੰਦੇ ਸਨ ਉਹਨਾਂ ਦੇ ਸਰੀਰ ਅੰਦਰ ਬਾਕੀਆਂ ਨਾਲੋਂ ਕਈ ਗੁਣਾ ਵੱਧ ਲੱਭੇ। ਸੋ ਇਹ ਕਾਰਨ ਮੰਨ ਲਿਆ ਗਿਆ ਕਿ ਇਹ ਜਿਹੜੀ ਛਾਤੀ ਦਾ ਕੈਂਸਰ ਉਹਨਾਂ ਔਰਤਾਂ ਵਿੱਚ ਵੱਧ ਹੋ ਰਿਹਾ ਸੀ ਜਿਹੜੀਆਂ ਇਹ ਹਵਾ ਦੇ ਪ੍ਰਦੂਸ਼ਣ ਤੋਂ ਪੀੜਤ ਸਨ। ਇਸੇ ਤਰ੍ਹਾਂ ਇੱਕ ਨਾਨ-ਹੌਜਕਿਨ ਲਿੰਫੋਮਾ ਵੀ ਕੈਂਸਰ
ਉਹ ਵੀ ਇਸੇ ਤਰ੍ਹਾਂ ਇਹਨਾਂ ਥਾਵਾਂ ਤੇ ਜਿਹੜੇ ਵਸਦੇ ਸਨ ਲੋਕ, ਉਹਨਾਂ ਵਿੱਚ ਵੱਧ ਲੱਭਿਆ। ਹੁਣ ਇਹਨਾਂ ਵਿੱਚ ਜਿਹੜੀ ਇੱਕ ਹੋਰ ਖਤਰਨਾਕ ਰੁਝਾਨ ਇਹ ਲੱਭਿਆ ਕਿ ਖੋਜ ਕੀਤੀ ਗਈ ਜਿਹੜੇ ਕ੍ਰਿਮੀਨਲ ਲੋਕ ਸਨ, ਯਾਨੀ ਜਿਨ੍ਹਾਂ ਨੇ ਕਤਲ ਤੱਕ ਕਰ ਦੇਣਾ, ਬਹੁਤ ਮਾਰ ਕੁਟਾਈ ਕਰਨੀ, ਜਾਂ ਲੋੜੋਂ ਵੱਧ ਹਿੰਸਕ ਜਿਨ੍ਹਾਂ ਦੀ ਸੋਚ ਹੋ ਚੁੱਕੀ ਸੀ, ਉਹਨਾਂ ਸਾਰਿਆਂ ਦੇ ਜਦੋਂ ਸਾਈਕੋਲੋਜੀਕਲ ਐਨਾਲਿਸਿਸ ਉਹਨਾਂ ਦੇ ਕੀਤਾ ਗਿਆ, ਸਾਈਕੈਟ੍ਰਿਕ ਇਵੈਲੂਏਸ਼ਨ ਕੀਤੀ ਗਈ, ਤਾਂ ਵੇਖਣ ਵਿੱਚ ਆਇਆ ਕਿ ਇਹ ਲੋਕ ਜਿਨ੍ਹਾਂ ਦਾ ਮਾਈਂਡ ਸੈਟ ਕ੍ਰਿਮੀਨਲ ਹੋ ਜਾਂਦਾ ਜੇ, ਕਿ ਉਹ ਉਹਨਾਂ ਦਾ ਝੁਕਾਅ ਹੁੰਦਾ ਹੈ ਕਿ ਸੜਕ ਤੇ ਮੇਰੇ ਤੋਂ ਕੋਈ ਗਾਂ ਲੰਘ ਗਿਆ, ਹੁਣੇ ਗੋਲੀ ਮਾਰ ਦਿਆਂਗਾ। ਇੱਕੀ ਜਿਹੀ ਗੱਲ ਤੇ ਕਿਸੇ ਨੇ, ਯਾਨੀ ਤੂੰ ਤੂੰ ਮੈਂ ਸ਼ੁਰੂ ਵੀ ਨਹੀਂ ਹੋਈ ਤੇ ਉਹ ਅਗਲੇ ਨੂੰ ਝੱਟ ਥੱਪੜ ਮਾਰਿਆ, ਥੱਲੇ ਡੇਗ ਦਿੱਤਾ। ਫਿਰ ਇਹਨਾਂ ਵਿੱਚ ਉਹ ਇਲਾਕਿਆਂ ਵਿੱਚ ਜਿੱਥੇ ਇਹੋ ਜਿਹੀ ਹਵਾ ਪ੍ਰਦੂਸ਼ਣ ਵੱਧ ਸੀ, ਜਾਂ ਜਿੱਥੇ ਜਿਵੇਂ ਮੈਂ ਜ਼ਿਕਰ ਕੀਤਾ ਕਿ ਫਸਲੀ ਜਿੱਥੇ ਅੱਗਾਂ ਲੱਗਣੀਆਂ, ਜਾਂ ਇਹੋ ਜਿਹੇ ਥਾਵਾਂ ਤੇ ਦੇਖਿਆ ਗਿਆ ਕਿ ਜਿਹੜੇ ਉਸ ਸਮੇਂ ਗਰਭਵਤੀ ਮਾਵਾਂ ਸਨ, ਉਹਨਾਂ ਦੇ ਬੱਚਿਆਂ ਵਿੱਚ ADHD, ਔਟਿਜ਼ਮ, ਟਿਕ ਕੇ ਨਾ ਬੈਠ ਸਕਣਾ, ਜ਼ਿੱਦੀ, ਲੜਾਕੇ, ਛੇਤੀ ਖਿਝ ਜਾਣਾ, ਟਿਕ ਕੇ ਪੜ੍ਹਾਈ ਨਾ ਕਰ ਸਕਣੀ, ਯਾਦਾਸ਼ਤ ਦੀ ਕਮਜ਼ੋਰੀ, ਹੱਥ ਪੈਰ ਕੰਬਣ ਲੱਗ ਜਾਣੇ, ਜਾਂ ਉਹਨਾਂ ਦੇ ਵਿੱਚ ਜਮਾਂਦਰੂ ਨੁਕਸ ਹੋਣੇ, ਯਾਨੀ ਬਰਥ ਡਿਫੈਕਟਸ, ਇਹ ਉਹਨਾਂ ਵਿੱਚ ਕਾਫੀ ਵੱਧ ਲੱਭੇ। ਸਪਸ਼ਟ ਹੋ ਗਿਆ ਕਿ ਜਿਹੜਾ ਮਾਂ ਦੇ ਅੰਦਰ, ਯਾਨੀ ਉਹਦੇ ਢਿੱਡ ਅੰਦਰ ਵੀ ਪਲ ਰਹੇ ਬੱਚੇ ਨੂੰ ਮਾਂ ਦੇ ਸਾਹ ਰਾਹੀਂ ਇਹ ਸਾਰਾ ਕੁਝ ਪਹੁੰਚਦਾ ਜੇ, ਜਿਸ ਰਾਹੀਂ ਇਹ ਨੁਕਸ ਦਿਖੇ। ਹੁਣ ਇਹਨਾਂ ਵਿੱਚ ਜਿਹੜੀਆਂ ਉਸ ਸਮੇਂ ਬਜ਼ੁਰਗ ਸਨ, ਕਿ ਜਦੋਂ ਇਹੋ ਜਿਹੀ 에ਅਰ ਪੋਲਿਊਸ਼ਨ ਸਡਨਲੀ ਇੱਕਦਮ, ਕਿ ਜਿਵੇਂ ਮੈਂ ਜ਼ਿਕਰ ਕਰ ਰਹੀ ਹਾਂ ਕਿ ਅੱਗਾਂ ਲੱਗੀਆਂ ਫਸਲਾਂ ਨੂੰ, ਤਾਂ ਜਿਹੜੇ ਉਸ ਇਲਾਕੇ 'ਚ ਦੂਰ ਦੂਰ ਰਹਿੰਦੇ ਸਨ, ਉਹਨਾਂ ਦੇ ਬਜ਼ੁਰਗਾਂ ਵਿੱਚ ਬ੍ਰੌਂਕਾਈਟਿਸ ਦਾ, ਜਾਂ ਉੱਥੋਂ ਦੇ ਛੋਟੇ ਬੱਚਿਆਂ ਵਿੱਚ ਦਮਾ ਹੋਣ ਦਾ ਬਹੁਤ ਜ਼ਿਆਦਾ ਇਹਨਾਂ ਦੇ ਵੀ ਇੰਸੀਡੈਂਟਸ ਲੱਭਿਆ ਗਿਆ, ਜਿਨ੍ਹਾਂ ਵਿੱਚ ਲਗਾਤਾਰ ਖੰਘ ਰਹਿਣੀ, ਐਲਰਜੀ ਰਹਿਣੀ, ਅੱਖਾਂ ਵਿੱਚ ਜਲਨ, ਚਮੜੀ ਉੱਤੇ ਦਾਣੇ ਨਿਕਲਣੇ, ਗਲੇ 'ਚ ਲਗਾਤਾਰ ਖਰਾਸ਼ ਰਹਿਣੀ, ਜਾਂ ਫਿਰ ਮੋਟਾਪਾ ਹੋਣ ਲੱਗ ਜਾਣਾ, ਸ਼ੱਕਰ ਰੋਗ ਛੋਟੀ ਉਮਰੇ ਹੋਣ ਲੱਗ ਜਾਣਾ। ਇਹ ਸਾਰੀਆਂ ਚੀਜ਼ਾਂ ਇਹਨਾਂ ਵਿੱਚ ਵੱਧ ਦਿਸੀਆਂ, ਜਿਨ੍ਹਾਂ ਵਿੱਚ ਇੱਕ ਹੋਰ ਅਹਿਮ ਚੀਜ਼ ਕਿ ਇਹਨਾਂ 'ਚ ਲੰਗ ਕੈਂਸਰ, ਜੋ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅੰਕੜੇ ਨੇ ਕਿ ਫੇਫੜਿਆਂ ਦਾ ਕੈਂਸਰ 에ਅਰ ਪੋਲਿਊਸ਼ਨ ਸਦਕਾ ਅਹਿਮ ਜੇ, ਜਿਹੜਾ ਕਿ ਸ਼ਾਇਦ ਤੁਸੀਂ ਇਹ ਸੋਚ ਲਓ ਕਿ ਅਸੀਂ ਕਹਿੰਦੇ ਹਾਂ ਕਿ 10 ਸਿਗਰਟਾਂ ਜਿੰਨਾ ਰੋਜ਼ ਅਸੀਂ ਪੀਣੀਆਂ ਹੋਣ, ਉਹਨਾਂ ਅਸੀਂ ਇੱਕ ਵੇਲੇ ਜਦੋਂ ਅਸੀਂ ਆਲੇ ਦੁਆਲੇ ਅੱਗਾਂ ਲੱਗਦੀਆਂ ਨੇ, ਜਿਹੜਾ ਉਹ ਧੂਆਂ ਅਸੀਂ ਅੰਦਰ ਲੰਘਾਉਂਦੇ ਆ ਨਾ, ਉਹਦਾ ਮਤਲਬ ਇਹ 10 ਸਿਗਰਟਾਂ ਰੋਜ਼ ਪੀਣ ਜੋਗਾ ਅਸੀਂ ਆਪਣਾ ਫੇਫੜਾ ਨਕਾਰਾ ਕਰਦੇ ਹਾਂ, ਜਿਸ 'ਚ ਨਿੱਕਾ ਨਵਜੰਮਿਆ ਬੱਚਾ ਵੀ ਸ਼ਾਮਲ ਜੇ, ਤੇ ਜਿਸ 'ਚ ਉਹ ਬਜ਼ੁਰਗ ਵੀ ਸ਼ਾਮਲ ਹੈ ਜਿਹਨੇ ਆਪਣੀ 20 ਸਾਲ ਉਮਰ ਹੋਰ ਛੋਟੀ ਕਰ ਲੈਣੀ। ਇਹ ਸਾਰੇ ਅਸਰ ਦੇਖਦਿਆਂ ਜਿਹੜਾ ਅਸਲ ਜਿਸ ਕਾਰਨ WHO ਨੂੰ ਫਿਕਰ ਪਿਆ, ਉਹ ਕਾਰਨ ਇਹ ਸੀ ਕਿ ਸਿਰਫ ਇੱਥੇ ਤੱਕ ਸੀਮਤ ਨਹੀਂ, ਕਿਉਂਕਿ ਇਹਦੇ ਨਾਲ ਜਦੋਂ ਅੱਗੋਂ ਦੇਖਾਂਗੇ, ਇਹ ਨਹੀਂ ਕਿ ਅੱਜ ਦੇ ਦਿਨ ਵੀ ਇਹ ਅਸਰ ਸਾਡੇ ਅੱਜ ਅੰਦਰ ਵੜ ਗਏ, ਇਹਨੇ ਸਾਡੇ ਅੰਦਰ ਜਿਵੇਂ ਉਹ ਇੱਕ ਤਰੀਕੇ ਘਰ ਬਣਾ ਲਿਆ ਇਸ 에ਅਰ ਪੋਲਿਊਸ਼ਨ ਨੇ, ਉਹ ਮਾੜੇ ਅੰਸ਼ਾਂ ਨੇ, ਤਾਂ ਇਹ ਅਗਾਂਹ ਜਾ ਕੇ ਅੱਜ ਤੋਂ 10 ਸਾਲ ਬਾਅਦ, ਜਦੋਂ ਸਾਨੂੰ ਪਤਾ ਵੀ ਨਹੀਂ ਹੋਣਾ ਕਿ ਕੀ ਅਸੀਂ ਕਰ ਲਿਆ, ਹਰ ਸਾਲ ਲਗਾਤਾਰ ਅੰਦਰ ਲੰਘਾ ਕੇ, ਜਦੋਂ ਸਾਡੇ ਹੌਲੀ ਹੌਲੀ ਦਿਮਾਗ ਨੇ ਸੁੰਗੜਨਾ ਸ਼ੁਰੂ ਹੋ ਜਾਣਾ, ਵਕਤ ਤੋਂ ਪਹਿਲਾਂ, ਜਿਵੇਂ ਅਸੀਂ ਕਹਿੰਦੇ ਹਾਂ ਸੱਤਰਿਆ ਬੱਤਰਿਆ ਹੋ ਗਿਆ, ਸਾਡੀਆਂ ਹੱਡੀਆਂ ਦੀ ਕਮਜ਼ੋਰੀ, ਜਿਹਦੇ ਨਾਲ ਤੁਸੀਂ ਦੇਖਦੇ ਹੋਵੋਗੇ ਕਿ ਕੁੱਬੇ ਹੋ ਕੇ ਤੁਰਨਾ ਸ਼ੁਰੂ ਹੋ ਜਾਣਾ, ਪਿੱਠ ਦਰਦ ਰਹਿਣ ਲੱਗ ਜਾਣੀ, ਹੱਡੀਆਂ ਦੀ ਲਗਾਤਾਰ ਥਕਾਵਟ ਤੇ ਚਿੜਚਿੜਾਪਨ, ਇਹ ਸਾਰਾ ਕੁਝ ਦੇ ਨਾਲ ਨਾਲ ਬੱਚਿਆਂ ਦੇ ਵਿੱਚ ਜਿਹੜਾ ਮੋਟਾਪੇ ਹੋਣ ਸਦਕਾ ਜਿਹੜੀ ਇਹ ਚੀਜ਼ ਜਿਹਦਾ ਬੀਜ ਬੋਇਆ ਜਾਂਦਾ ਹੈ, ਉਹਦੇ ਵਿੱਚ ਵੀ, ਕਿਉਂਕਿ ਅਸੀਂ ਬਾਹਰ ਭੇਜਦੇ ਨਹੀਂ ਕਿ ਧੂਆਂ ਅੰਦਰ ਹੀ ਬੈਠੇ ਰਹੋ ਤੇ ਅੰਦਰ ਹੀ ਬੈਠ ਕੇ ਟੀਵੀ ਦੇਖੋ, ਖਾਈ ਜਾਓ, ਤਾਂ ਤੁਸੀਂ ਸਮਝ ਨਹੀਂ ਸਕਦੇ ਹੋ ਕਿ ਕੀ ਹੋਏਗਾ। ਜਾਂ ਜਿਹੜੇ ਬਿਮਾਰ ਨੇ, ਵਾਰ-ਵਾਰ ਹਸਪਤਾਲਾਂ 'ਚ ਜਾਣਾ, ਉੱਥੇ ਉਹਨਾਂ ਨੂੰ ਕਹੀ ਜਾਣਾ ਕਿ ਤੁਸੀਂ ਅੰਦਰ ਟਿਕ ਕੇ ਬੈਠੇ ਰਹੋ, ਬਾਹਰ ਨਾ ਕੱਢੋ, ਆਖਰ ਬੱਚੇ ਦਾ ਬਚਪਨ ਖੋ ਰਹੇ ਹਾਂ ਅਸੀਂ। ਉਹ ਚੀਜ਼ਾਂ ਜਿਹੜੀਆਂ ਉਹਨੇ ਬਾਹਰ ਮਿੱਟੀ ਵਿੱਚ ਮਿੱਟੀ ਹੋ ਕੇ ਸਿੱਖਣੀਆਂ ਸਨ, ਉਹ ਅਸੀਂ ਉਹਦੇ ਤੋਂ ਬਹੁਤ ਕੁਛ ਸਦੀ ਵੀ ਖੋਹ ਲਿਆ, ਜਿਹੜੀ ਉਹਦੀ ਉਮਰ ਵਾਪਸ ਕਦੇ ਵੀ ਨਹੀਂ ਆਣੀ। ਇਹਦੇ ਨਾਲ ਉਹਦੇ ਗੁਰਦਿਆਂ ਦਾ, ਉਹਦੇ ਜਿਗਰ ਦਾ, ਉਹਦੇ ਦਿਲ ਦਾ, ਇਹ ਤੇ ਫੇਫੜਿਆਂ ਦਾ, ਇਹ ਅਸੀਂ ਨਾਸ ਨਾਲੋਂ ਨਾਲ ਹੀ ਮਾਰ ਛੱਡਿਆ।
ਇਹਨਾਂ ਵਿੱਚ ਕਿਸ ਤਰੀਕੇ ਕੈਟਰੈਕਟ ਛੇਤੀ ਛੋਟੀ ਉਮਰ ਵਿੱਚ ਹੋਣਗੇ, ਕਿਵੇਂ ਇਹਨਾਂ ਦੇ ਸਾਰੇ ਇਮਿਊਨ ਸਿਸਟਮ ਦਾ ਸਾਰਾ ਬੇੜਾ ਗਰਕ ਹੋਏਗਾ। ਤੇ ਅੱਗੋਂ ਦੇਖੋ ਕਿ ਜੇ ਅਸੀਂ ਇਹਨਾਂ ਦੇ ਛੋਟੇ ਹੁੰਦਿਆਂ ਤੋਂ ਹੀ ਰੀਪਰੋਡਕਟਿਵ ਸਿਸਟਮ ਉੱਤੇ ਹੀ ਡੈਮੇਜ ਅਸੀਂ ਜੇ ਕਰ ਦਿਆਂਗੇ ਤਾਂ ਅਗਲੀ ਨਸਲ ਤੱਕ ਅਸੀਂ ਤਬਾਹ ਕਰ ਰਹੇ ਹਾਂ। ਭਗਵਾਨੀ ਜੀ, ਜੇ ਤੁਸੀਂ ਰੱਤੀ ਇੱਕ ਝਾਤ ਮਾਰੋ, ਤੁਹਾਡੇ ਮੇਰੇ ਮਾਪਿਆਂ ਨੇ ਸਾਨੂੰ ਇਹ ਨਹੀਂ ਸੀ ਬਖਸ਼ਿਆ, ਉਹਨਾਂ ਦੇ ਜੀ ਵੱਡੇ ਵਡੇਰਿਆਂ ਨੇ ਵੀ ਸਾਨੂੰ ਇਹ ਨਹੀਂ ਸੀ ਬਖਸ਼ਿਆ। ਜੀ ਸਾਨੂੰ ਬਹੁਤ ਸੋਹਣੀ ਸਾਫ਼ ਹਵਾ ਦੇ ਕੇ ਗਏ, ਬਹੁਤ ਕਮਾਲ ਦਾ ਸਾਨੂੰ ਪਾਣੀ ਦਿੱਤਾ ਸੀ, ਜਿਸ ਜਦੋਂ ਮਰਜ਼ੀ ਛਾਲਾਂ ਮਾਰ ਕੇ ਅਸੀਂ ਬਾਹਰ ਆ ਜਾਂਦੇ ਸਾਂ, ਜਿਹੜੇ ਵਗਦੇ ਚ ਬੱਚੇ ਵੀ ਜਿਹੜੇ ਹੋਣ ਜਾਂ ਜਿਹੜੀ ਵੀ ਥਾਂ ਤੇ ਇਹੋ ਜੀਆਂ ਖੂਬਸੂਰਤ ਚਹਿਕਦੀਆਂ ਚਿੜੀਆਂ ਤੇ ਕਮਾਲ ਦੇ ਰੰਗ ਬਿਰੰਗੇ ਬੂਟੇ ਦਿੱਤੇ ਸਨ। ਅਸੀਂ ਹਰ ਚੀਜ਼ ਆਪਣੀ ਅਗਲੀ ਪੁਸ਼ਤ ਤੋਂ ਖੋ ਲਈ ਹੈ। ਉਹ ਸਾਨੂੰ ਦੱਸਿਆ ਸੀ ਕਿ ਇਹ ਧਰਤੀ ਬਹੁਤ ਖੁਸ਼ ਹੈ ਜਿਹਦੇ ਉੱਤੇ ਇਨਸਾਨ ਨਹੀਂ। ਜਦੋਂ ਅਸੀਂ ਅੰਦਰ ਤੜ ਗਏ ਸਾਂ ਤਾਂ ਧਰਤੀ ਦੀ ਖੂਬਸੂਰਤੀ ਦੇਖਣ ਯੋਗ ਸੀ। ਕਿੰਨੇ ਕਮਾਲ ਦੇ ਫੁੱਲ ਖਿੜਦੇ ਸਨ, ਕਿੰਨੀ ਸੋਹਣੇ ਅਲੱਗ-ਅਲੱਗ ਕਿਸਮਾਂ ਦੇ ਪੰਛੀ ਸਾਨੂੰ ਦਿਸਣ ਲੱਗ ਗਏ ਸਨ। ਉਹ ਜੜੀਆਂ ਬੂਟੀਆਂ ਜਿਹੜੀਆਂ ਅਸੀਂ ਸਦੀਵੀ ਨਾਮ ਜਿਨ੍ਹਾਂ ਦਾ ਕਰ ਦਿੱਤਾ ਸੀ, ਜਿਹੜੀਆਂ ਸਾਨੂੰ ਜ਼ਿੰਦਗੀ ਦਿੰਦੀਆਂ ਨੇ, ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦੀਆਂ ਨੇ, ਅਸੀਂ ਉਹਨਾਂ ਨੂੰ ਮੁਕਾਇਆ। ਉਹ ਦੁਬਾਰਾ ਪੁੰਗਰੀਆਂ ਸਨ। ਇੱਕ ਸੁਨੇਹਾ ਸੀ ਕਿ ਭਾਈ ਇਨਸਾਨ ਦੀ ਧਰਤੀ ਨੂੰ ਲੋੜ ਨਹੀਂ, ਇਹ ਧਰਤੀ ਹੈ ਤਾਂ ਇਨਸਾਨ ਹੈ, ਇਨਸਾਨ ਸਦਕਾ ਧਰਤੀ ਨਹੀਂ। ਇਹ ਬਿਲਕੁਲ ਉਹ ਅਸੀਂ ਭੁਲਾ ਛੱਡਿਆ। ਤੇ ਜਿਸ ਤਰੀਕੇ ਅਸੀਂ ਦੁਬਾਰਾ ਉਸ ਪਾਸੇ ਵੱਲ ਚਾਲੇ ਪਾ ਰਹੇ ਹਾਂ, ਤੁਸੀਂ ਵੇਖੋ ਤੁਹਾਡੇ ਮੇਰੇ ਸਰੀਰ ਅੰਦਰ 70 ਮਿਲੀਅਨ ਚੰਗੇ ਕੀਟਾਣੂ ਅੰਤੜੀਆਂ ਵਿੱਚ ਕੁਦਰਤ ਨੇ ਭਰ ਕੇ ਭੇਜੇ ਨੇ, ਜਿਹੜੇ ਸਮਝ ਲਓ ਕਿ ਇੱਕ ਇੱਕ ਕੀਟਾਣੂ ਅੱਗੋਂ ਘੱਟੋ ਘੱਟ ਨਹੀਂ ਤਾਂ ਹਜ਼ਾਰ ਕਿਸਮ ਦੇ ਕੀਟਾਣੂਆਂ ਨਾਲ ਲੜਾਈ ਜਿੱਤ ਸਕਦਾ। ਸੋਚ ਲਓ 70 ਮਿਲੀਅਨ ਤੇ ਕਿੰਨੇ ਹੋਰਨਾਂ ਨਾਲ ਲੜ ਸਕਦਾ। ਹੁਣ ਉਹਦੇ ਵਿੱਚ ਜਦੋਂ ਅਸੀਂ ਇਹ ਸਾਰੀ ਤਬਦੀਲੀ ਲੈ ਆਉਂਦੇ ਹਾਂ ਕਿ ਇੰਨਾ ਜ਼ਹਿਰ ਅੰਦਰ ਭਰ ਕੇ, ਤੇ ਫਿਰ ਜੋ ਅਸੀਂ ਖਾਂਦੇ ਹਾਂ, ਕਿਉਂਕਿ ਜਦੋਂ ਧਰਤੀ ਤੇ ਅੱਗ ਲਾਈ, ਉਹਦਾ ਮਤਲਬ ਹੈ ਕਿ ਉੱਥੋਂ ਦੇ ਜੋ ਨਾਰਮਲ ਆਰਗੈਨਿਕ ਮੈਟਰ ਜਿਹੜਾ ਕੁਦਰਤੀ ਜਿਹਦੇ ਵਿੱਚੋਂ ਸਾਨੂੰ ਉਸ ਖਾਦ ਦੇ ਰਾਹੀਂ ਬਹੁਤ ਕੁਝ ਖੁਰਾਕ ਵਿੱਚ ਚੰਗੀਆਂ ਚੀਜ਼ਾਂ ਭਰਨੀਆਂ ਸੀ, ਉਹ ਅਸੀਂ ਮੁਕਾ ਲਈਆਂ। ਉੱਥੋਂ ਦੇ ਚੰਗੇ ਕੀਟਾਣੂ ਮਾਰ ਦਿੱਤੇ। ਉੱਥੇ ਦੇ ਜਿਹੜੀ ਜ਼ਮੀਨ ਸੀ ਉਹਨੂੰ ਅਸੀਂ ਉਹਦੀ ਫਰਟੀਲਿਟੀ ਘਟਾਈ। ਫਿਰ ਉਸ ਤੋਂ ਅੱਗੇ ਅਸੀਂ ਇਹ ਵੀ ਦੇਖਣ ਵਿੱਚ ਪਤਾ ਲੱਗ ਗਿਆ ਕਿ ਤੀਜੀ ਜਾਂ ਚੌਥੀ ਵਾਰ ਜੋ ਤਾਂ ਉਹ ਬੀਜਦੇ ਆ ਤਾਂ ਉਹਦੀ ਕ੍ਰੌਪ ਯੀਲਡ ਵੀ ਘਟਦੀ ਜੇ, ਯਾਨੀ ਉਹਨਾਂ ਉੱਥੋਂ ਨਹੀਂ ਨਿਕਲਦਾ ਜਿੰਨਾ ਅੰਨ ਅਸੀਂ ਚਾਹੁੰਦੇ ਹੁੰਦੇ ਆ। ਸੋ ਇਹਦਾ ਮਤਲਬ ਕਿ ਵਕਤੀ ਜਦੋਂ ਅਸੀਂ ਇਸ ਫਾਇਦੇ ਲਈ ਅੱਗਾਂ ਲਾਉਂਦੇ ਆ, ਦਾ ਮਤਲਬ ਇਹ ਹੈ ਕਿ ਉਹ ਖੁਰਾਕ ਜੋ ਸਾਡੇ ਅੰਦਰ ਉਸ ਜ਼ਮੀਨ ਤੋਂ ਨਿਕਲ ਕੇ ਜਾਣੀ ਸੀ, ਉਹ ਸਾਡੇ ਚੰਗੇ ਕੀਟਾਣੂਆਂ ਲਈ ਨਹੀਂ ਰਹੀ। ਕਿਉਂਕਿ ਜਿਹੜੇ ਚੰਗੇ ਕੀਟਾਣੂ ਜ਼ਮੀਨ ਚੋਂ ਆਣੇ ਸੀ, ਸਾਡੇ ਜਿਹੜੇ ਅੰਦਰਲੇ ਮਰਦੇ ਨੇ, ਹੋਰ ਨਵੇਂ ਅਸੀਂ ਬਾਹਰੋਂ ਉਹਨਾਂ ਨੂੰ ਦੇ ਦੇਣੇ ਸੀ, ਉਹ ਖਤਮ ਕਰਕੇ ਸਿਰਫ ਮਾੜੇ ਕੀਟਾਣੂ ਭਰ ਕੇ ਦੇ ਰਹੇ ਹਾਂ। ਤੇ ਬਾਕੀ ਦਾ ਉਹ ਜ਼ਹਿਰ ਜੋ ਅਸੀਂ 80 ਗੁਣਾ ਵੱਧ ਛਿੜਕਾ ਕਰਕੇ ਇਹ ਕੀਟਨਾਸ਼ਕਾਂ ਸਦਕਾ ਉਹ ਵੀ ਅੰਦਰ ਲੰਘਾਉਣਾ ਜੇ, ਤਾਂ ਸਮਝ ਲਓ ਕਿ ਜਿਹੜੇ ਚੰਗੇ ਕੀਟਾਣੂ ਅਸੀਂ ਬਾਹਰੋਂ ਵੀ ਮਾਰੇ, ਢਿੱਡ ਦੇ ਅੰਦਰ ਵੀ ਮਾਰੇ, ਤਾਂ ਫਿਰ ਇਹ ਸਾਰੇ ਦੇ ਸਾਰੇ ਜਦੋਂ ਅੰਦਰ ਜਾ ਕੇ ਸਾਡੀਆਂ ਅੰਤੜੀਆਂ ਵਿੱਚੋਂ ਦੀ ਨਿਕਲ ਕੇ ਸਾਡੇ ਲਹੂ ਵਿੱਚ ਇਹ ਹੌਲੀ-ਹੌਲੀ ਜ਼ਹਿਰ ਜੋ ਜਮਾ ਹੁੰਦਾ ਜਾਏਗਾ, ਸਾਡੇ ਦਿਮਾਗ ਦੇ ਵਿੱਚ ਜੇ ਇੱਕ ਸੈਂਟਰ ਅਮਿਗਡਲਾ, ਉਹਦੇ ਉੱਤੇ ਇਹ ਬਹੁਤ ਡੂੰਘਾ ਅਸਰ ਪਾਉਂਦਾ ਜੇ। ਜਿਹੜੇ ਰਸ ਸਾਡੇ ਅੰਤੜੀਆਂ ਚੋਂ ਨਿਕਲਨੇ ਸਨ, ਜਿਹੜੇ ਹਾਰਮੋਨ ਨਿਕਲਨੇ ਸਨ, ਉਹ ਵਿਗਾੜ ਵਾਲੇ ਨਿਕਲਦੇ ਨੇ। ਤੇ ਫਿਰ ਸਾਨੂੰ ਉਹ ਝਟਪਟ ਸਟ੍ਰੈਸ, ਘਬਰਾਹਟ, ਫਟਾਫਟ ਸਾਨੂੰ ਪੈਨਿਕ ਅਟੈਕਸ ਆਉਣੇ, ਤੇ ਸਾਰਾ ਦਿਨ ਦਿਮਾਗ ਦੇ ਅੰਦਰ ਤਣਾਅ ਅਸੀਂ ਜਿਸ ਤਰੀਕੇ ਲੈ ਕੇ ਛੋਟੀ ਉਮਰੇ ਅਸੀਂ ਇਸ ਦੁਨੀਆ ਨੂੰ ਅਲਵਿਦਾ ਕਹਿ ਰਹੇ ਹਾਂ ਕਿ ਸਾਨੂੰ ਸੁਣਨ ਨੂੰ ਮਿਲਦਾ ਹੈ 30 ਵਰੇ ਤੇ ਹਾਰਟ ਅਟੈਕ ਹੋ ਗਿਆ, ਚੰਗਾ ਭਲਾ ਸੀ, ਕੁਝ ਹੈ ਤਾਂ ਹੈ ਹੀ ਨਹੀਂ। ਪਰ ਉਸ ਤਣਾਅ ਨੂੰ ਜੋ ਵਕਤੀ ਹੁੰਦਾ ਜੀ, ਠੱਲ ਪਾਉਣ ਲਈ ਸਾਡੇ ਸਰੀਰ ਅੰਦਰਲਾ ਸਿਸਟਮ ਕਿਸ ਨੇ ਵਿਗਾੜਿਆ? ਅਸੀਂ ਆਪ। ਸਮਝਦੇ ਤਾਂ ਅਸੀਂ ਇਹੋ ਆ ਕਿ ਕੁਝ ਦਿਨਾਂ ਦੀ ਅੱਗ ਕੀ ਗੱਲ ਏ, ਕਿਉਂ ਸਾਡੇ ਤੇ ਉਂਗਲ ਚੁੱਕੀ ਜਾਂਦੀ ਹੈ। ਪਰ ਉਹਦੇ ਨਾਲ ਜਿਸ ਤਰੀਕੇ ਦੇ ਅਗਾਂਹ ਤੇ ਸਦੀਵੀ ਨੁਕਸਾਨ ਹੁੰਦੇ ਨੇ, ਉਹਨਾਂ ਤੋਂ ਸ਼ਾਇਦ ਅਸੀਂ ਅਣਜਾਣ ਆ ਕਿ ਇਹ ਉੱਥੇ ਤੱਕ ਸੀਮਤ ਨਹੀਂ, ਇਹ ਸਾਡੀਆਂ ਨਸਲਾਂ ਤੱਕ ਤਬਾਹ ਹੋ ਸਕਦੀਆਂ ਨੇ। ਤੇ ਜਿਵੇਂ ਅਸੀਂ ਆਪਣੇ ਆਲੇ ਦੁਆਲੇ ਦੀ ਕੁਦਰਤ ਖਤਮ ਕਰਨ ਲੱਗੇ ਆ, ਉਹ ਸਾਨੂੰ ਵੀ ਬਹੁਤੀ ਦੇਰ ਜ਼ਿੰਦਾ ਨਹੀਂ ਰੱਖਣ ਲੱਗੀ। ਸੋ ਇਹੀ ਕਾਰਨ ਜੇ ਕਿਸੇ ਨੂੰ ਅਜੇ ਵੀ ਸ਼ੱਕ ਹੋਵੇ
ਤਾਂ ਵੇਖ ਲੈਣਾ ਚਾਹੀਦਾ ਪਿਛਾਂ ਕਿੰਨੀਆਂ ਸੱਭਿਅਤਾਵਾਂ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਈਆਂ। ਦੁਨੀਆ ਦੇ ਇਸ ਵੇਲੇ ਸਾਰੇ ਹਿੱਸਿਆਂ ਵਿੱਚ 에ਅਰ ਪੋਲਿਊਸ਼ਨ ਬਾਰੇ ਜਾਗ੍ਰਿਤੀ ਵਾਸਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਲਗਭਗ ਚੇਤਾਵਨੀਆਂ ਹੀ ਦੇ ਰਿਹਾ ਹੈ ਕਿ ਦੁਨੀਆ ਦੇ ਜਿੱਥੇ ਵੀ ਜਿਸ ਵੀ ਹਿੱਸੇ ਵਿੱਚ ਤੁਸੀਂ ਇਸ ਬਾਰੇ ਆਪਣੇ ਚੁਫੇਰੇ ਬਚਾਓ। ਤੇ ਮੈਂ ਸੱਚਮੁੱਚ ਮੇਰੇ ਕੋਲ ਸ਼ਬਦ ਨਹੀਂ ਅੱਜ ਇਹ ਸਾਰਾ ਕੁਝ ਜਾਣਦਿਆਂ ਬੁੱਝਦਿਆਂ। ਤੁਸੀਂ ਸਮਝ ਰਹੇ ਹੋ ਨਾ, 7 ਮਿਲੀਅਨ ਲੋਕਾਂ ਦਾ ਹਰ ਸਾਲ ਮਰਨਾ, ਤੇ ਫਿਰ ਸਾਂਝਾ ਟੀਵੀ ਦਾ ਇਹ ਉਦਮ। ਸੱਚਮੁੱਚ ਮੇਰਾ ਅੱਜ ਦਿਲ ਕਰਦਾ ਸਿਜਦਾ ਕਰਾਂ ਤੁਹਾਡੀ ਸਾਰੀ ਟੀਮ ਨੂੰ ਕਿ ਤੁਸੀਂ ਇਹ ਬੀੜਾ ਚੁੱਕਿਆ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਉਹ ਜੋ ਉਹਨਾਂ ਨੇ ਚੇਤਾਵਨੀ ਸੀ ਉਹਨੂੰ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚਾਉਣਾ ਚਾਹਿਆ। ਮੇਰੀ ਨਿਮਾਣੀ ਦਾ ਥੋੜਾ ਜਿਹਾ ਯੋਗਦਾਨ ਜ਼ਰੂਰ ਸ਼ਾਮਲ ਹੈ, ਪਰ ਜੇ ਤੁਸੀਂ ਨਾ ਹੁੰਦੇ ਤਾਂ ਸ਼ਾਇਦ ਇਹ ਗੱਲ ਇੰਨੀ ਦੂਰ ਪਹੁੰਚ ਨਾ ਸਕਦੀ। ਸੋ ਇਸੇ ਲਈ ਮੈਂ ਤੁਹਾਡੀ ਸਾਰੀ ਟੀਮ ਦਾ ਸਿਜਦਾ ਕਰਦੀ ਹਾਂ, ਕਿਉਂਕਿ ਤੁਸੀਂ ਜ਼ਿੰਮਾ ਚੁੱਕਿਆ ਹੈ ਕਰੋੜਾਂ ਉਹਨਾਂ ਮੌਤਾਂ ਦਾ ਵੀ ਜਿਹੜੀਆਂ ਅੱਗੋਂ ਆਉਣ ਵਾਲੀਆਂ ਨੂੰ ਅਸੀਂ ਰੋਕ ਸਕਦੇ ਹਾਂ, ਜਾਂ ਜਿਹੜੇ ਰੋਜ਼ ਹਸਪਤਾਲਾਂ ਵਿੱਚ ਅੱਡੀਆਂ ਰਗੜਦੇ ਨੇ, ਬਿਮਾਰੀਆਂ ਨਾਲ ਜੂਝਦੇ ਨੇ। ਸੱਚ ਜਾਣਿਓ, ਮੈਂ ਹੁਣ ਵੀ ਹਸਪੀਟਲ ਤੋਂ ਹੀ ਸਿੱਧਾ ਮੁੜੀ ਹਾਂ ਤੇ ਵਾਰਡ ਵਿੱਚ ਮੈਂ ਦੇਖਦੀ ਹਾਂ ਨਾ, ਇੱਕ 9 ਮਹੀਨੇ ਦਾ ਬੱਚਾ, ਸਾਲ ਦਾ ਬੱਚਾ, ਸਾਹ ਖੁਣੋ ਕਿਸ ਤਰੀਕੇ ਔਖਾ ਹੋਇਆ, ਕਿਵੇਂ ਆਕਸੀਜਨ ਲਾ, ਟੀਕੇ ਲਾ, ਗਲੂਕੋਜ਼ ਲਾ। ਅਸੀਂ ਵਾਰਡਾਂ ਵਿੱਚ ਜਦੋਂ ਰੱਖਦੇ ਹਾਂ ਨਾ, ਅੰਦਰੋਂ ਦਿਲ ਰੋਂਦਾ ਕਿ ਇਹ ਸਾਰੀਆਂ ਚੀਜ਼ਾਂ ਜੋ ਇਹ ਵਿਚਾਰਾ ਨਿੱਕਾ ਅਨਮੋਲ ਸਹਿ ਰਿਹਾ ਸਾਡੀਆਂ ਹੀ ਦਿੱਤੀਆਂ ਨੇ। ਤਾਂ ਜੇ ਸਾਡੀਆਂ ਮਾਵਾਂ ਹੀ ਸਮਝ ਲੈਣ ਕਿ ਆਲੇ ਦੁਆਲੇ ਉਹ ਆਪਣੇ ਪਤੀਆਂ ਨੂੰ ਰੋਕ ਸਕਣ, ਇਹ ਨਾ ਕਰੋ, ਇਹ ਠੀਕ ਨਹੀਂ ਹੈ। ਤੇ ਸਾਡੇ ਮਾਣਯੋਗ ਸਿਆਸਤਦਾਨ ਜਿਨ੍ਹਾਂ ਨੂੰ ਅਸੀਂ ਹੀ ਚੁਣ ਕੇ ਬਿਠਾਇਆ, ਕਿਤੇ ਜੇ ਉਹ ਵੀ ਜਾਗਰੂਕ ਹੋ ਸਕਣ ਕਿ ਭਾਈ ਜਿਹੜੀਆਂ ਫੈਕਟਰੀਆਂ ਜ਼ਹਿਰ ਉਗਲਦੀਆਂ ਨੇ ਉਹ ਸਿਰਫ ਸਾਡੇ ਤੱਕ ਨਹੀਂ, ਉਹਨਾਂ ਦੀਆਂ ਪੁਸ਼ਤਾਂ ਉੱਤੇ ਵੀ ਅਸਰ ਪਾਉਣਗੀਆਂ। ਸੋ ਇਹ ਜੇ ਸਾਨੂੰ ਨਿੱਕੀ ਜਿਹੀ ਗੱਲ ਸਮਝ ਆ ਜਾਏ ਨਾ ਕਿ ਅਸੀਂ ਕੁਝ ਥੋੜ੍ਹੇ ਚਿਰੀ ਫਾਇਦੇ ਲਈ ਕਿਸੇ ਤੋਂ ਕੁਝ ਪੈਸੇ ਲੈ ਲੂ ਕੇ ਅਸੀਂ ਉਹ ਫੈਕਟਰੀਆਂ ਦੀ ਇਜਾਜ਼ਤ ਦੇ ਦਿੰਦੇ ਹਾਂ, ਤਾਂ ਉਹਨਾਂ ਫੈਕਟਰੀਆਂ ਦੇ ਵਾਲਿਆਂ ਦੇ ਆਪਣੇ ਬੱਚੇ ਵੀ ਇਸੇ ਵਿੱਚ ਹੀ ਖਤਮ ਹੋਣਗੇ। ਦੇਖੋ, ਗੁਰਬਾਣੀ ਵਿੱਚ ਵੀ ਇਹੋ ਸਮਝਾਇਆ ਗਿਆ ਕਿ ਅੱਜ ਦਾ ਦਿਨ ਤੇਰਾ ਹੋ ਸਕਦਾ ਪਰ ਕੱਲ ਦਾ ਦਿਨ ਮੇਰਾ ਜੇ। ਪਰ ਕਿਸੇ ਲਈ ਜਦੋਂ ਖੂਹ ਪੁੱਟਦੇ ਆ ਨਾ, ਉਹਦੇ ਵਿੱਚ ਆਪ ਵੀ ਅਖੀਰ ਡਿੱਗੀ ਜਾਂਦੇ ਆ। ਬਿਲਕੁਲ ਉਸੇ ਤਰ੍ਹਾਂ ਜਿਵੇਂ ਜੰਗਲ ਦੀ ਅੱਗ ਇੱਕ ਸਿਰੇ ਤੇ ਦੇਖ ਕੇ ਅਸੀਂ ਸੰਤੁਸ਼ਟ ਹੋ ਜਾਂਦੇ ਹਾਂ, ਅਸੀਂ ਤਾਂ ਬਹੁਤ ਪਰੇ ਹਾਂ, ਪਰ ਉਸ ਅੱਗ ਨੇ ਅਖੀਰ ਸਾਡੇ ਘਰ ਤੱਕ ਪਹੁੰਚ ਕੇ ਸਾਨੂੰ ਵੀ ਉਸੇ ਦੇ ਵਿੱਚ ਹੀ ਝੁਲਸਾ ਦੇਣਾ। ਉਦੋਂ ਚੀਕਾਂ ਮਾਰਨ ਦਾ ਕੋਈ ਫਾਇਦਾ ਨਹੀਂ ਹੋਣਾ। ਸੋ ਅੱਜ ਜੇ ਅਸੀਂ ਹਰ ਜਣਾ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਇਸ ਕੁਦਰਤ ਨੂੰ ਬਚਾਉਣ ਵਿੱਚ ਜੁਟੀਏ ਕਿ ਅਸੀਂ ਘੱਟੋ ਘੱਟ ਜੇ ਇੱਕ ਘਰ ਵਿੱਚ ਜਿੰਨਾ ਕੁ ਕੋਸ਼ਿਸ਼ ਹੋ ਸਕਦੀ ਹੈ 2 ਜਾਂ 3 ਜਣੇ ਇਕੱਠੇ ਜੇ ਨਿਕਲ ਸਕਦੇ ਹੋਈਏ ਜ਼ਰੂਰ ਨਿਕਲੀਏ। ਬਿਲਕੁਲ ਇਸੇ ਹੀ ਤਰ੍ਹਾਂ ਜੇ ਅਸੀਂ ਕਿਤੇ ਕੁਝ ਚਿਰ ਲਈ ਇਹੋ ਜਿਹਾ ਅਸੀਂ ਇਜਾਦ ਕਰ ਸਕੀਏ ਕਿ ਪੈਟਰੋਲ ਡੀਜ਼ਲ ਘਟਾ ਕੇ, ਜਿਵੇਂ ਹੁਣ ਇਹ ਕਾਫੀ ਥਾਵਾਂ ਤੇ ਸ਼ੁਰੂ ਹੋ ਚੁੱਕਿਆ ਕਿ ਅਸੀਂ ਬਿਜਲੀ ਵੀ ਬਚਾਈਏ, ਸੋ ਉਸ ਤਰੀਕੇ ਦੇ ਜਿੰਨਾ ਜ਼ਿਆਦਾ ਅਸੀਂ ਉਧਰ ਪਾਸੇ ਨੂੰ ਕਿ ਬੈਟਰੀਆਂ ਵੀ ਜੇ ਹੱਦੋਂ ਵੱਧ ਹੋ ਜਾਣ, ਉਹਨਾਂ ਦੀ ਵੀ ਪ੍ਰਦੂਸ਼ਣ ਬਾਰੇ ਬਹੁਤ ਜ਼ਿਕਰ ਹੋ ਚੁੱਕਿਆ। ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਜਿੱਥੇ ਤੱਕ ਸੰਭਵ ਹੋ ਸਕੇ ਉਹਨਾਂ ਇਹ ਪ੍ਰਦੂਸ਼ਣ ਘਟਾਉਣਾ ਹੈ। ਘੱਟੋ ਘੱਟ ਸਾਡੇ ਕਿਸਾਨ ਵੀਰ ਹੀ ਜੇ ਛੱਡ ਦੇਣ ਕੁਝ ਹਿੱਸਾ, ਭਾਵੇਂ ਉਹ 10 ਜਾਂ 15% ਹੀ ਹੈ, ਉਹਨਾਂ ਕੁ ਹਿੱਸਾ ਤਾਂ ਅਸੀਂ ਜ਼ਰੂਰ ਆਲੇ ਦੁਆਲੇ ਤੇ ਆਪਣੇ ਘਰਾਂ ਨੂੰ ਬਚਾਉਣ ਲਈ ਇੰਨਾ ਕੁ ਯੋਗਦਾਨ ਤਾਂ ਆਪਾਂ ਵੀ ਜ਼ਰੂਰ ਪਾ ਸਕਦੇ ਹਾਂ। ਬਿਲਕੁਲ, ਬਹੁਤ ਦਰੁਸਤ ਗੱਲ ਤੁਸੀਂ ਕਹੀ ਹੈ, ਕਿਉਂਕਿ ਯੋਗਦਾਨ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਗੱਲ ਕਿਸੇ ਨਾਲ ਦੇ ਪੜੋਸੀ ਦੇ ਘਰ ਦੀ ਨਹੀਂ, ਕਿਸੇ ਦੂਰ ਦੇ ਰਿਸ਼ਤੇਦਾਰ ਦੀ ਨਹੀਂ, ਇਹ ਖੁਦ ਦੀ ਹੈ, ਖੁਦ ਦੀ ਆਉਣ ਵਾਲੀ ਜਨਰੇਸ਼ਨ ਦੀ ਹੈ, ਖੁਦ ਦੇ ਸਮਾਜ ਦੀ। ਔਰ ਖੁਦ ਜੇਕਰ ਰਹਿਣਾ ਹੈ, ਜਾਂ ਤਾਂ ਅਸੀਂ ਇਹ ਸੋਚ ਸਕਦੇ ਹਾਂ ਅਸੀਂ ਇਹ ਗੱਲ ਨੂੰ ਨਾਲ ਬਣ ਕੇ ਚੱਲੀਏ ਕਿ ਅਸੀਂ ਤਿਆਰ ਹਾਂ ਹਸਪਤਾਲਾਂ ਦੇ ਚੱਕਰ ਲਾਉਣ ਨੂੰ, ਅਸੀਂ ਤਿਆਰ ਹਾਂ ਦਵਾਈਆਂ ਖਾਣ ਨੂੰ, ਅਸੀਂ ਤਿਆਰ ਹਾਂ ਪੈਸੇ ਫੁੱਕਣ ਨੂੰ, ਜਾਂ ਤਾਂ ਅਸੀਂ ਇਹ ਸੋਚ ਕੇ ਚੱਲੀਏ, ਜਾਂ ਅਸੀਂ ਇਹ ਸੋਚ ਕੇ ਚੱਲੀਏ ਕਿ ਕਿਸ ਤਰੀਕੇ ਦੇ ਨਾਲ ਆਪਣਾ ਤਾਂ ਜੋ ਨੁਕਸਾਨ ਕਰਨਾ ਅਸੀਂ ਕਰ ਲਿਆ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਜਾਂ ਉਹਨਾਂ ਦੀ ਵੀ ਅੱਗੇ ਨੈਕਸਟ ਜਨਰੇਸ਼ਨ ਨੂੰ ਉਹ ਸਭ ਕੁਝ ਨਾ ਸਹਿਣਾ ਪਵੇ ਜੋ ਅੱਜ ਦੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਕਹਿੰਦੇ ਨੇ ਕਿ ਹਾਲਾਂਕਿ ਦੇਰ ਕਦੇ ਨਹੀਂ ਹੁੰਦੀ, ਲੇਕਿਨ ਇੱਕ ਅਲਾਰਮਿੰਗ ਸਿਚੁਏਸ਼ਨ ਜ਼ਰੂਰ ਆ ਜਾਂਦੀ ਹੈ। ਸੋ ਅੱਜ ਉਹ ਅਲਾਰਮਿੰਗ ਸਿਚੁਏਸ਼ਨ ਹੈ, ਉਸ ਅਲਾਰਮਿੰਗ ਸਿਚੁਏਸ਼ਨ ਨੂੰ ਜਿਨ੍ਹਾਂ ਨੇ ਉਹ ਅਲਾਰਮ ਸੁਣ ਲਿਆ, ਸਮਝ ਲਿਆ, ਉਹਨਾਂ ਲਈ ਤਾਂ ਬਹੁਤ ਚੰਗਾ ਹੋਵੇਗਾ। ਜਿਨ੍ਹਾਂ ਨੇ ਨਹੀਂ ਸੁਣਿਆ, ਸੋ ਉਸ ਦਾ ਨੁਕਸਾਨ ਇੱਕ ਜਣੇ ਨੂੰ ਤਾਂ ਨਹੀਂ ਹੋਏਗਾ, ਪੂਰੇ ਸਮਾਜ ਨੂੰ ਕਿਤੇ ਨਾ ਕਿਤੇ ਭੁਗਤਣਾ ਪਵੇਗਾ। ਤੁਸੀਂ ਜ਼ਿਕਰ ਕੀਤਾ ਕਿ ਅਸੀਂ ਕੋਸ਼ਿਸ਼ ਕਰੀਏ ਕਿ ਕਿਸ ਤਰੀਕੇ ਦੇ ਨਾਲ, ਜੇਕਰ ਮੈਂ ਬਚਾ ਕਿਸ ਤਰੀਕੇ ਦੇ ਨਾਲ, ਕਿਉਂਕਿ ਬੂੰਦ ਬੂੰਦ ਦੇ ਨਾਲ ਸਾਗਰ ਭਰਦਾ।
ਸੋ ਸ਼ੁਰੂਆਤ ਸਾਰਿਆਂ ਨੂੰ ਕਰਨੀ ਪੈਣੀ ਹੈ, ਇੱਕ ਘਰ ਤੋਂ ਨਹੀਂ ਹੋਣੀ, ਇੱਕ ਜਣੇ ਤੋਂ ਨਹੀਂ ਹੋਣੀ, ਸਾਰਿਆਂ ਨੂੰ ਕੁਝ ਨਾ ਕੁਝ ਆਪਣਾ ਹਿੱਸਾ ਉਸ ਸਾਗਰ ਦੇ ਵਿੱਚ ਜ਼ਰੂਰ ਪਾਣਾ ਪੈਣਾ। ਸੋ ਕਿਸ ਤਰੀਕੇ ਦੇ ਨਾਲ, ਕਿਹੜੇ ਅਜਿਹੇ ਫੈਕਟਰਸ ਦੇ ਨਾਲ ਅਸੀਂ ਬਚਾ ਕਰ ਸਕਦੇ ਹਾਂ ਜੇਕਰ ਆਪਣੇ ਘਰ ਤੋਂ ਹੀ ਸ਼ੁਰੂਆਤ ਕਰੀਏ, ਜਿੱਦਾਂ ਪਲਾਂਟੇਸ਼ਨ ਹੋਗੀ, ਹੋਰ ਕਿਹੜੀਆਂ ਅਜਿਹੀਆਂ ਚੀਜ਼ਾਂ ਨੇ ਜਿਹਦੇ ਨਾਲ ਅਸੀਂ ਆਪਣੇ ਸਮਾਜ ਨੂੰ, ਆਪਣੀ ਆਬੋ ਹਵਾ ਨੂੰ ਬਚਾ ਸਕਦੇ ਹਾਂ? ਦੇਖੋ, ਸਭ ਤੋਂ ਅਹਿਮ ਚੀਜ਼ ਹੁੰਦੀ ਜੇ ਆਉਣ ਵਾਲੀ ਪੁਸ਼ਤ ਨੂੰ ਉਸ ਪ੍ਰਤੀ ਜਾਗਰੂਕ ਕਰਨਾ। ਇਹਦਾ ਮਤਲਬ ਹੈ ਸਾਡੇ ਸਕੂਲ ਕਾਲਜਸ ਵਿੱਚ ਇਹਦੀਆਂ, ਜਿੱਥੇ 에ਅਰ ਪੋਲਿਊਸ਼ਨ ਦੇ ਬਾਰੇ, ਇਹਦੇ ਨੁਕਸਾਨਾਂ ਬਾਰੇ ਜ਼ਰੂਰ ਉਹਨਾਂ ਨੂੰ ਅਸੀਂ ਚੇਤੰਨ ਕਰੀਏ, ਉੱਥੇ ਹੀ ਇਹਦੇ ਬਚਾਉਣ ਦੇ ਢੰਗ ਬਾਰੇ ਉਹਨਾਂ ਨੂੰ ਸਮਝਾਉਣਾ ਜ਼ਰੂਰੀ ਹੈ। ਕਿਉਂਕਿ ਇੱਕ ਬੱਚਾ ਜਦੋਂ ਸਮਝੇਗਾ, ਉਹ ਜਾ ਕੇ ਆਪਣੇ ਘਰ ਦੇ ਵਿੱਚ ਆਪਣੇ ਵੱਡੇ ਵਡੇਰਿਆਂ ਨੂੰ, ਆਪਣੇ ਮਾਂ ਨੂੰ, ਆਪਣੇ ਪਿਓ ਨੂੰ ਇਹਦਾ ਜ਼ਿਕਰ ਵੀ ਕਰੇਗਾ, ਤੇ ਕਿਤੇ ਨਾ ਕਿਤੇ ਉਲਾਂਭਾ ਵੀ ਦੇਣ ਜੋਗਾ ਹੋ ਜਾਂਦਾ ਕਿ ਤੁਸੀਂ ਇਹ ਕੀਤਾ ਤਾਂ ਮੈਂ ਇਹਦੇ ਨਾਲ ਬਿਮਾਰ ਹੋ ਰਿਹਾ, ਕਿ ਤੁਸੀਂ ਮੈਨੂੰ ਬਿਮਾਰ ਕਰਨਾ ਚਾਹੁੰਦੇ ਹੋ। ਸੋ ਇਹ ਸਵਾਲ ਤੇ ਮੈਨੂੰ ਨਹੀਂ ਲੱਗਦਾ ਉਹਦੀ ਮਾਂ ਜਾਂ ਪਿਓ ਕਿਸੇ ਵੀ ਹਾਲ ਵਿੱਚ ਇਹ ਚੀਜ਼ ਸੁਣ ਸਕਣਗੇ। ਸੋ ਸਾਨੂੰ ਸਭ ਤੋਂ ਵੱਧ ਲੋੜ ਹੈ ਉਸ ਥਾਂ ਤੇ ਸਟ੍ਰਾਈਕ ਕਰਨ ਦੀ ਜਿਹੜੀ ਸਾਡੀ ਨਵੀਂ ਪੀੜ੍ਹੀ, ਜੋ ਕਿ ਬਦਲਾਅ ਦੀ ਇੱਕ ਸੂਚਕ ਹੁੰਦੀ ਹੈ। ਸੋ ਉਹਨਾਂ ਨੂੰ ਪਹਿਲਾਂ ਤਾਂ ਇਸ ਬਾਰੇ ਦੱਸੀਏ, ਤੇ ਜਿਉਂ ਹੀ ਇਹ ਸਮਝ ਸਾਡੇ ਮਾਪਿਆਂ ਨੂੰ ਆ ਜਾਏਗੀ ਤਾਂ ਆਪਾਂ ਬਹੁਤ ਚੀਜ਼ਾਂ, ਜਿਨ੍ਹਾਂ ਵਿੱਚ ਮੈਂ ਤੁਹਾਡੇ ਨਾਲ ਸਹਿਮਤ ਹਾਂ, ਕੰਕਰੀਟ ਜੰਗਲ ਬਣਾ ਛੱਡੇ ਨੇ ਅਸੀਂ, ਉਹਨਾਂ ਦੇ ਵਿੱਚ ਜੇ ਅਸੀਂ ਇਸ ਤਰੀਕੇ ਦੇ ਨਵੇਂ ਬੂਟੇ ਨਾ ਉਗਾਏ, ਨਵੇਂ ਦਰਖਤ ਨਾ ਲਾਏ, ਤਾਂ ਯਕੀਨਨ ਇਹ ਜਿਸ ਤਰੀਕੇ ਦੀ ਗਰਮੀ ਹੌਲੀ ਹੌਲੀ ਵਧੇਗੀ, ਜਿਸ ਤਰੀਕੇ ਮੌਸਮ ਦੇ ਵਿੱਚ ਤਬਦੀਲੀ ਸਾਨੂੰ ਬਹੁਤੀ ਵੱਡੀ ਪੱਧਰ ਤੇ ਦਿਸੇਗੀ, ਜਿਸ ਤਰੀਕੇ ਗਲੇਸ਼ੀਅਰ ਹੁਣ ਪਿਘਲਣ ਬਾਰੇ ਜ਼ਿਕਰ ਹੋਣਾ ਸ਼ੁਰੂ ਹੋ ਚੁੱਕਿਆ, ਤੇ ਜਿਸ ਤਰੀਕੇ ਹੌਲੀ ਹੌਲੀ ਧਰਤੀ ਦੇ ਆਸ-ਪਾਸ ਦੇ ਸਮੁੰਦਰ ਦਾ ਜਿਵੇਂ ਦੀ ਸਤਰ ਵਧਣੀ ਸ਼ੁਰੂ ਹੋਈ ਹੈ, ਹੌਲੀ ਹੌਲੀ ਸਿਰੇ ਧਰਤੀ ਦੇ ਜਿਵੇਂ ਅੰਦਰ ਜਾਣੇ ਸ਼ੁਰੂ ਹੋਏ ਨੇ, ਦਾ ਮਤਲਬ ਇਹੋ ਹੈ ਕਿ ਇੰਨੇ ਮਿਲੀਅਨ ਸਾਲਾਂ ਤੋਂ ਜੋ ਚੀਜ਼ ਇੱਥੇ ਸੀ, ਉਹਨੂੰ ਖਤਮ ਕਰਨ ਵਿੱਚ ਅਸੀਂ ਉਹਨੂੰ ਉਸ ਤੋਂ 1/4 ਸਮਾਂ ਵੀ ਨਹੀਂ ਲਾਣਾ, ਅਸੀਂ ਮਾਰ ਮੁਕਾਉਣ ਵੱਲ ਤੁਰ ਜਾਵਾਂਗੇ। ਪਰ ਉਸ ਤੋਂ ਬਾਅਦ ਫਿਰ ਜਾਣਾ ਕਿੱਥੇ ਹੈ, ਰਹਿਣਾ ਕਿੱਥੇ? ਅਸੀਂ ਆਪ ਹੀ ਆਪਣੀ ਯਾਨੀ ਪਹਿਲਾਂ ਅਸੀਂ ਬਹੁਤ ਸਾਰੇ ਜਾਨਵਰ ਮਾਰ ਮੁਕਾਏ, ਬਹੁਤ ਸਾਰੀਆਂ ਚਿੜੀਆਂ ਮਾਰ ਮੁਕਾਈਆਂ, ਬਹੁਤ ਸਾਰੇ ਬੂਟੇ ਖਤਮ, ਬਨਸਪਤੀ ਮੁਕਾ ਹੀ ਛੱਡੀ, ਤੇ ਹੁਣ ਅਸੀਂ ਆਪਣੀ ਜਿਨਸ ਨੂੰ ਹੀ ਮੁਕਾਉਣ ਤੁਰ ਪਏ ਹਾਂ। ਇਸ ਤੋਂ ਵੱਡੀ ਬੇਵਕੂਫੀ ਕੀ ਹੋ ਸਕਦੀ ਹੈ ਕਿ ਆਪਣੇ ਹੀ ਪੈਰ ਵੱਢ ਕੇ ਸੁੱਟ ਦਈਏ। ਸੋ ਅਜੇ ਵੀ ਸਮਾਂ ਹੈ ਕਿ ਸਾਨੂੰ, ਜਿੱਥੇ ਅਸੀਂ ਆਪਣੇ ਇਹ ਜੋ ਪ੍ਰਦੂਸ਼ਣ ਫੈਲਾਉਂਦੇ ਜਿਹੜੇ ਸਾਡੇ ਸੜਕਾਂ ਤੇ ਦੌੜਦੀ ਮੌਤ, ਕਿਉਂਕਿ ਰੋਜ਼ ਅਸੀਂ ਮੌਤਾਂ ਸੁਣਦੇ ਹਾਂ, ਸੋ ਉਹਨਾਂ ਉੱਤੇ ਜਿਵੇਂ ਥੋੜੀ ਬਹੁਤ ਰੋਕ ਲੱਗੇ ਕਿ ਅਸੀਂ ਸਾਂਝੇ ਤੌਰ ਤੇ ਜਾਣਾ ਸ਼ੁਰੂ ਕਰੀਏ, ਦੋਸਤੀਆਂ ਗੰਢੀਏ, ਫਿਰ ਇੱਕ ਦੂਜੇ ਨਾਲ ਮਿਲੀਏ। ਤੇ ਉਹ ਸਾਨੂੰ ਜੇ ਕਿਤੇ ਸਰਕਾਰ ਵੱਲੋਂ ਹੀ ਕੁਛ ਜ਼ਿਆਦਾ, ਜਿਵੇਂ ਉਸ ਥਾਂ ਤੇ ਬੱਸਾਂ ਇੱਕ ਥਾਂ ਤੇ ਜਿਨ੍ਹਾਂ ਨੇ ਜਾਣਾ ਇੱਕ ਥਾਂ ਤੋਂ ਇਕੱਠੇ ਕਰਕੇ ਉਹ ਸਾਰੇ ਜਾ ਸਕਣ, ਕੁਛ ਇਸ ਤਰੀਕੇ ਦਾ, ਜਾਂ ਫਿਰ ਵਰਕ ਫਰੋਮ ਹੋਮ ਜਿਵੇਂ ਸ਼ੁਰੂ ਕੀਤਾ ਸੀ ਉੱਦਾਂ ਦਾ ਸਿਸਟਮ ਸ਼ੁਰੂ ਹੋਵੇ, ਜਾਂ ਫਿਰ ਜਿਸ ਤਰੀਕੇ ਮੈਂ ਹੁਣ ਗੱਲ ਕਰ ਰਹੀ ਸਾਂ ਕਿ ਪ੍ਰਦੂਸ਼ਣ ਸਿਰਫ ਇੱਥੋਂ ਹੀ ਨਹੀਂ, ਫੈਕਟਰੀਆਂ ਤੇ ਤਾਂ ਸੰਪੂਰਨ ਰੋਕ ਲੱਗ ਜਾਣੀ ਚਾਹੀਦੀ ਹੈ ਜਿਹੜੇ ਇਸ ਤਰੀਕੇ ਦਾ ਪ੍ਰਦੂਸ਼ਣ ਫੈਲਾ ਰਹੇ ਨੇ, ਕਿਉਂਕਿ ਉਹ ਤਾਂ ਆਲੇ ਦੁਆਲੇ ਸਿਰਫ ਉਸ ਪਿੰਡ ਜਾਂ ਆਲੇ ਦੁਆਲੇ ਦੇ ਪਿੰਡਾਂ ਦੀ ਮੌਤ ਦਾ ਕਾਰਨ ਹੀ ਨਹੀਂ ਬਣਦੇ, ਬਲਕਿ ਧਰਤੀ ਹੇਠਲਾ ਪਾਣੀ ਸਦੀਵੀ ਖਰਾਬ ਕਰਨ ਤੋਂ ਬਾਅਦ ਉਹ ਜ਼ਹਿਰੀਲਾ ਪਾਣੀ ਸਾਡੀ ਅਗਲੀ ਪੁਸ਼ਤ ਨੂੰ ਵੀ ਨੇਸਤਾ ਨਾਬੂਦ ਕਰਨ ਲਈ ਛੱਡ ਰਹੇ ਨੇ। ਸੋ ਉਹਨਾਂ ਨੂੰ ਤਾਂ ਵਾਕਈ ਜਿਵੇਂ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ, ਬੰਦ ਹੋਣੇ ਚਾਹੀਦੇ ਨੇ ਇਹੋ ਜਿਹੇ ਸੈਂਟਰ। ਤੇ ਨਾਲੋਂ ਨਾਲ ਜਿੱਥੇ ਇੱਕ ਹਰ ਬੱਚੇ ਦੇ ਜਨਮ ਦਿਨ ਤੇ ਆਪਾਂ ਉਹਨੂੰ ਇਹੀ ਸਮਝਾਉਣਾ ਸ਼ੁਰੂ ਕਰ ਦਈਏ ਕਿ ਤੁਸੀਂ ਬਜਾਏ ਕਿ ਸਿਰਫ ਪਾਰਟੀਆਂ ਦੇ ਵਿੱਚ ਖਤਮ ਕੀਤਾ ਜਾਏ, ਆਪਣੇ ਹਰ ਜਨਮ ਦਿਨ ਤੇ ਇੱਕ ਬੂਟਾ ਲਾਓ, ਤੇ ਵੇਖੋ ਫਿਰ ਕੀ ਕਮਾਲ ਵਾਪਰਦਾ ਜੇ, ਭਾਵੇਂ ਉਹ ਨਿੱਕਾ ਗਮਲੇ 'ਚ ਹੀ ਕਿਉਂ ਨਾ ਲੱਗਿਆ ਹੋਵੇ। ਦੇਖੋ 30 ਵਰਿਆਂ ਦੇ ਹੁੰਦੇ ਉਹ ਕਿੰਨੇ ਦਰਖਤ ਤੁਹਾਨੂੰ ਫਲ ਦੇਣ ਜੋਗੇ ਹੋਏ, ਜਾਂ ਕਿੰਨੇ ਬੂਟੇ ਫੁੱਲ ਦਿੰਦੇ ਰਹੇ। ਇਹ ਚੀਜ਼ ਜੇ ਆਪਾਂ ਬੱਚਿਆਂ ਨੂੰ ਸਿਖਾ ਲਈ, ਸੱਚਮੁੱਚ ਸਾਡੇ ਚੁਫੇਰਿਓਂ ਬਹੁਤ ਸਾਰੀ ਗੰਦਗੀ ਇਹਦੇ ਨਾਲ ਸਾਫ਼ ਹੋਏਗੀ। ਪਰ ਸਾਡੇ ਕਿਸਾਨ ਵੀਰਾਂ ਨੂੰ ਵੀ ਸੋਚਣਾ ਪਏਗਾ ਕਿ ਜਿੱਥੇ ਅੱਗ ਦੇ ਨਾਲ, ਤਾਂ ਜ਼ਰੂਰ ਮੰਨਦੀਆਂ, ਉਹ ਕਹਿੰਦੇ ਨੇ ਸਾਡੇ ਕੋਲ ਪੈਸੇ ਦੀ ਕਿੱਲਤ ਹੈ, ਤੰਗੀ ਹੈ, ਸਾਡੀ ਸਰਕਾਰ ਮਦਦ ਨਹੀਂ ਕਰ ਰਹੀ, ਪਰ ਜੋ ਵੀ ਉਹਨਾਂ ਦੇ ਕਾਰਨ ਹੋਣਗੇ, ਕਿਉਂਕਿ ਮੈਂ ਉਸ ਡੂੰਘਾਈ ਵਿੱਚ ਨਹੀਂ ਜਾਣਾ ਚਾਹੁੰਦੀ, ਪਰ ਗੱਲ ਇਹ ਹੈ ਕਿ ਉਹ ਜਿਹੜਾ ਥੋੜੀ ਚਿਰ ਦੇ ਲਈ ਅਸੀਂ ਪੈਸਾ ਬਚਾਵਾਂਗੇ, ਉਹ ਸਾਡੇ ਬੱਚੇ ਦੇ ਇਲਾਜ ਵਿੱਚ ਜੇ 10 ਗੁਣਾ ਵੱਧ ਹੋ ਕੇ ਨਿਕਲਣਾ ਜੇ, ਤਾਂ ਫਿਰ ਉਹ ਜਿਹੇ ਪੈਸੇ ਬਚਾਉਣ ਦਾ ਵੀ ਕੋਈ ਮਤਲਬ ਨਹੀਂ ਰਹਿੰਦਾ।
ਬਿਲਕੁਲ ਤੁਸੀਂ ਜ਼ਿਕਰ ਜਿਵੇਂ ਕੀਤਾ ਕਿ ਕਿਸਾਨ ਵੀਰਾਂ ਨੂੰ ਵੀ ਸੋਚਣਾ ਚਾਹੀਦਾ ਇਸ ਗੱਲ ਦਾ। ਨਾਲ ਦੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਹਰ ਇੱਕ ਜਨਮ ਦਿਨ ਤੇ ਜੇਕਰ ਅਸੀਂ ਇੱਕ ਬੂਟੇ ਦਾ ਹੀ ਪ੍ਰਣ ਲੈ ਲਈਏ ਤਾਂ ਉਹ ਬਾਅਦ ਚੋਂ 30 ਕੁ ਸਾਲਾਂ ਬਾਅਦ ਕਿੰਨੇ ਸੋਹਣੇ ਸਾਨੂੰ ਫੁੱਲ ਦੇਵੇਗਾ, ਕਿੰਨੀ ਸੋਹਣੀ ਸੰਘਣੀ ਛਾਂ ਦੇਵੇਗਾ। ਔਰ ਸੰਘਣੀ ਛਾਂ ਤੋਂ ਮੈਨੂੰ ਲੱਗਦਾ ਕਿ ਮੈਮ ਤੁਸੀਂ ਮੇਰੇ ਸ਼ਾਇਦ ਇਸ ਗੱਲ ਦੇ ਨਾਲ ਸਹਿਮਤ ਹੋਏਗਾ ਕਿ ਜਿੱਥੇ ਸਮਾਜ ਨੂੰ ਯੋਗਦਾਨ ਦੇਣ ਦੀ ਲੋੜ ਹੈ, ਸਮਾਜ ਨੂੰ ਸੋਚਣ ਦੀ ਲੋੜ ਹੈ ਡੂੰਘਾਈ ਦੇ ਨਾਲ, ਉੱਥੇ ਸਰਕਾਰਾਂ ਨੂੰ ਵੀ ਸੋਚਣ ਦੀ ਲੋੜ ਹੈ। ਜਿਸ ਤਰੀਕੇ ਦੇ ਨਾਲ ਕੰਟਰੈਕਟਸ ਪਾਸ ਕਰਕੇ, ਜਿਸ ਤਰੀਕੇ ਦੇ ਨਾਲ ਟੈਂਡਰਸ ਪਾਸ ਕਰਕੇ ਜ਼ਮੀਨਾਂ ਅਲਾਟ ਕੀਤੀਆਂ ਜਾ ਰਹੀਆਂ ਔਰ ਵੱਡੇ ਵੱਡੇ ਪਾਰਕਸ ਔਰ ਗਾਰਡਨਸ ਵੱਡੀ ਵੱਡੀ ਬਿਲਡਿੰਗਸ ਦੇ ਵਿੱਚ, ਕਮਰਸ਼ੀਅਲ ਬਿਲਡਿੰਗ ਦੇ ਵਿੱਚ ਤਬਦੀਲ ਹੋ ਰਹੇ ਨੇ, ਉਹ ਕਿਤੇ ਨਾ ਕਿਤੇ ਉਹ ਵੀ ਡਰਾਉਣ ਵਾਲੇ ਨੇ। ਕਿਉਂਕਿ ਜੇਕਰ ਅਸੀਂ ਜਿਹੜੇ ਦਰਖਤ ਆਲਰੇਡੀ ਲੱਗੇ ਲਗਾਏ ਸੀਗੇ, ਜਿਹੜੇ ਸੰਘਣੀਆਂ ਛਾਵਾਂ ਦੇ ਰਹੇ ਸੀ, ਜੇਕਰ ਸਾਨੂੰ ਚੱਜ ਦਾ ਇੱਕ ਆਬੋ ਹਵਾ ਦੇ ਰਹੇ ਸੀ, ਜੇਕਰ ਅਸੀਂ ਉਸ ਨੂੰ ਖੁਦ ਹੀ ਮਾਰ ਦੇਵਾਂਗੇ ਫਿਰ ਅਸੀਂ ਕੀ ਉਮੀਦ ਕਰਾਂਗੇ ਕਿ ਜਿਹੜੇ ਪਾਲਣਹਾਰ, ਜਿਹੜੇ ਰਾਖਣਹਾਰ, ਜਿਹੜੇ ਸੇਵਾਦਾਰ ਅਸੀਂ ਬਿਠਾਏ ਨੇ, ਜਦ ਉਹੀ ਅਜਿਹੀਆਂ ਚੀਜ਼ਾਂ ਕਰਨਗੇ ਫਿਰ ਉਸ ਤੋਂ ਬਾਅਦ ਅਸੀਂ ਉਮੀਦ ਤਾਂ ਨਾ ਉਮੀਦੇ ਹੁੰਦੇ ਹੋਏ ਕਿਤੇ ਨਜ਼ਰ ਆਉਨੇ ਆ। ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ, ਕਿਉਂਕਿ ਇਸ ਸਾਰੀਆਂ ਇੰਨੀਆਂ ਵੱਡੀ ਗਿਣਤੀ ਵਿੱਚ ਮੌਤਾਂ ਦੇ ਵਿੱਚ ਜ਼ਿੰਮੇਵਾਰੀ ਸਰਕਾਰ ਦੀ ਮੈਂ ਤਾਂ ਸਗੋਂ ਬਹੁਤ ਜ਼ਿਆਦਾ ਗਿਣਦੀ ਹਾਂ। ਕਿਉਂਕਿ ਜਿਵੇਂ ਜੇ ਇਹ ਖੋਜਾਂ ਦੇ ਅਨੁਸਾਰ ਹੀ ਫੈਕਟਰੀਆਂ ਇੱਕ ਅਹਿਮ ਕਾਰਨ ਬਣਦੀਆਂ ਜਾ ਰਹੀਆਂ ਨੇ, ਤਾਂ ਲਾਉਣ ਵਾਲੇ ਕੌਣ ਨੇ? ਜੇ ਉਹਨਾਂ ਵਿੱਚ ਜਦੋਂ ਅਸੀਂ ਗਿਣਤੀ ਦੇਖਦੇ ਹਾਂ ਤੇ ਬਹੁਤੀ ਵਾਰ ਹੁੰਦੇ ਹੀ ਸਿਆਸਤਦਾਨ ਜਾਂ ਉਹਨਾਂ ਦੇ ਰਿਸ਼ਤੇਦਾਰ ਨੇ, ਤਾਂ ਫਿਰ ਦੱਸੋ ਕਿਸ ਦੇ ਅੱਗੇ ਰੋਣਾ ਰੋਈਏ ਜਦੋਂ ਵਾੜ ਹੀ ਖੇਤ ਨੂੰ ਖਾਣ ਪੂਰੀ ਹੋਵੇ। ਪਰ ਮੈਨੂੰ ਲੱਗਦਾ ਹੈ ਕਿ ਲੋਕਾਂ ਵਿੱਚ ਬਹੁਤ ਤਾਕਤ ਹੁੰਦੀ ਹੈ। ਸਾਡੀ ਧਰਤੀ ਬੜੀ ਉਪਜਾਊ ਹੈ, ਕਿਉਂਕਿ ਇਹਦੇ ਵਿੱਚ ਸਾਡੇ ਗੁਰੂਆਂ ਦੀ, ਸਾਡੇ ਪੀਰਾਂ ਦੀ, ਸਾਡੇ ਪੈਗੰਬਰਾਂ ਦੀ ਦੇਣ ਹੈ, ਜਿਸ ਸਦਕਾ ਇਹ ਉਪਜਾਊ ਬਣੀ ਸੀ, ਜਿਸ ਨੂੰ ਅਸੀਂ ਬੰਜਰ ਕਰਨ ਵੱਲ ਤੁਰੇ ਆ। ਪਰ ਜੇ ਅੱਜ ਵੀ ਦੇਖੀਏ ਨਾ, ਤਾਂ ਭਾਰੀ ਗਿਣਤੀ ਲੋਕ ਆਪੋ ਆਪਣੇ ਜਿਸ ਵੀ ਧਰਮ ਨੂੰ ਮੰਨਦੇ ਨੇ ਉਹਨਾਂ ਧਾਰਮਿਕ ਥਾਵਾਂ ਤੇ ਜਾਂਦੇ ਨੇ, ਅਜੇ ਪੂਰੀ ਤਰ੍ਹਾਂ ਮੂੰਹ ਨਹੀਂ ਮੋੜਿਆ। ਇਹ ਵੱਖਰੀ ਗੱਲ ਹੈ ਕਿ ਅਸੀਂ ਧਰਮ ਨੂੰ ਅਪਣਾਉਂਦੇ ਨਹੀਂ, ਅਸੀਂ ਖਿਮਾ ਕਰਿਓ ਵਿਖਾਵਾ ਕੁਝ ਜ਼ਿਆਦਾ ਕਰਦੇ ਹਾਂ ਕਿ ਅਸੀਂ ਮੱਥੇ ਟੇਕ ਆਵਾਂਗੇ, ਪੈਸੇ ਚੜਾਵਾਂਗੇ ਤੇ ਸਾਨੂੰ ਲੱਗਦਾ ਵੀ ਅਸੀਂ ਰੱਬ ਨੂੰ ਬਸ ਖਰੀਦ ਲਿਆਏ। ਇਸ ਤਰ੍ਹਾਂ ਦੀ ਨਹੀਂ ਗੱਲ ਹੁੰਦੀ, ਕਿਉਂਕਿ ਉਹਨਾਂ ਦੀ ਸੋਚ ਜੋ ਵਿੱਚ ਹੁੰਦੀ, ਜੇ ਇੱਕ ਵੀ ਕਿਸੇ ਗੱਲ ਤੇ ਧਿਆਨ ਕਰੀਏ, ਜਿਸ ਵਿੱਚ ਮਿਸਾਲ ਵਜੋਂ ਪਵਨ ਗੁਰੂ ਪਾਣੀ ਪਿਤਾ ਮਾਤਾ ਸਿਰਫ ਇੰਨੀ ਕਿਤੇ ਉੱਤੇ ਹੀ ਜੇ ਅਸੀਂ ਟਿਕ ਜਾਈਏ, ਮੈਂ ਤਾਂ ਅੱਗੇ ਪਿੱਛੇ ਜਾ ਹੀ ਨਹੀਂ ਰਹੀ, ਨਹੀਂ ਤਾਂ ਬਹੁਤ ਕੁਛ ਜਿਹੜਾ ਉਹਦੇ ਵਿੱਚ ਅਸੀਂ ਸਿੱਖ ਸਕਦੇ ਹਾਂ। ਤੇ ਜੇ ਇੰਨੀ ਕੁ ਗੱਲ ਵੀ ਸਾਨੂੰ ਸਮਝ ਨਹੀਂ ਆਉਂਦੀ ਵੀ ਸਾਡਾ ਗੁਰੂ ਅਸਲ ਵਿੱਚ ਕੌਣ ਹੈ, ਸਾਨੂੰ ਕਿਸ ਬਾਰੇ ਦੱਸਿਆ ਕਿ ਭਾਈ ਇਹ ਹਵਾ ਤੋਂ ਬਗੈਰ ਜ਼ਰਾ, ਮੈਂ ਤਾਂ ਇਹੋ ਸਲਾਹ ਦੇ ਸਕਦੀ ਹਾਂ, ਨੱਕ ਤੇ ਮੂੰਹ ਬੰਦ ਕਰਕੇ ਬੈਠ ਕੇ ਦੇਖ ਲਓ ਕਿੰਨਾ ਕੁ ਚਿਰ ਜ਼ਿੰਦਾ ਰਹਿ ਸਕਦੇ। ਤੇ ਨਹੀਂ ਤਾਂ ਫਿਰ ਅਸੀਂ ਕੀ ਇਹੋ ਜਿਹਾ ਹਾਲ ਬਣਾਉਣਾ ਚਾਹੁੰਦੇ ਹਾਂ ਕਿ ਸਾਡੀ ਤੀਜੀ ਪੁਸ਼ਤ ਆਕਸੀਜਨ ਦੇ ਸਿਲੰਡਰ ਲੈ ਕੇ ਨਾਲ ਤੁਰਦੀ ਹੋਏ, ਉਹਦੇ ਕੋਲ ਹਵਾ ਵੀ ਨਾ ਹੋਏ ਸਾਹ ਲੈਣ ਜੋਗੀ, ਤਾਂ ਫਿਰ ਉਹ ਕੀ ਸਾਨੂੰ ਕਹਿ ਕੇ ਕੋਸਿਆ ਕਰੇਗੀ ਕਿ ਕਿਹੋ ਜਿਹੇ ਸਨ ਸਾਡੇ ਵੱਡੇ ਵਡੇਰੇ, ਜਿਨ੍ਹਾਂ ਨੂੰ ਇੰਨੀ ਵੀ ਅਕਲ ਨਹੀਂ ਸੀ, ਕਿਹੋ ਜਿਹਾ ਸਮਾਂ ਸਾਡੇ ਲਈ ਛੱਡ ਕੇ ਚੱਲੇ। ਤੋ ਜੇ ਇੰਨੀ ਕੀ ਗੱਲ ਸਾਨੂੰ ਸਮਝ ਆ ਜਾਵੇ, ਮੇਰਾ ਖਿਆਲ ਹੈ ਕਿ ਅਸੀਂ ਅੱਜ ਤੋਂ ਵੀ ਅਹਿਦ ਲੈ ਲਈਏ ਕਿ ਅਸੀਂ ਘੱਟੋ ਘੱਟ ਇੰਨੀਆਂ ਮੌਤਾਂ ਤੇ ਇੰਨੀਆਂ ਬਿਮਾਰੀਆਂ ਤੋਂ ਜੇ ਬਚਣਾ, ਜੇ ਆਪੋ ਆਪਣਾ ਯੋਗਦਾਨ ਪਾ ਲਈਏ, ਅਸੀਂ ਤਾਂ ਘੱਟੋ ਘੱਟ ਘਰ ਵਿੱਚ ਜਿੰਨਾ ਹੋ ਸਕੇ ਇੱਕ ਵਹੀਕਲ ਚਲਾ ਸਕਦੇ ਹੋਈਏ ਜ਼ਰੂਰ ਚਲਾਈਏ, ਬਾਹਰ ਜਾਈਏ 2-3 ਜਣੇ ਸਾਂਝੇ ਜਾ ਕੇ ਅਸੀਂ ਪਹੁੰਚ ਸਕੀਏ, ਤੇ ਫਿਰ ਜਿੰਨਾ ਘੱਟ ਸਫ਼ਰ ਕਰਕੇ ਘਰੋਂ ਕੰਮ ਕਰ ਸਕਦੇ ਹੋਈਏ ਬਹੁਤ ਵਧੀਆ ਜੇ। ਪਰ ਮੈਂ ਫਿਰ ਦੁਹਰਾਉਂਗੀ, ਅੱਗਾਂ ਲਾਣੀਆਂ ਬੰਦ ਕਰੀਏ ਤੇ ਦਰਖਤ ਤੇ ਬੂਟੇ ਜਿੰਨੇ ਵੱਧ ਹੋ ਸਕਣ ਜ਼ਰੂਰ ਹਰਿਆਵਲ ਅਸੀਂ ਰੱਖੀਏ। ਬਿਲਕੁਲ, ਔਰ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਅਸੀਂ ਆਉਣ ਵਾਲੇ ਬੱਚਿਆਂ ਨੂੰ, ਆਉਣ ਵਾਲੀ ਜਨਰੇਸ਼ਨ ਨੂੰ ਚੰਗੀ ਆਬੋ ਹਵਾ ਦੇਣਾ ਚਾਹੁੰਦੇ ਹਾਂ ਔਰ ਜ਼ਹਿਰ ਤੋਂ ਬਚਾਉਣਾ ਚਾਹੁੰਦੇ ਹਾਂ। ਕਿਉਂਕਿ ਇੱਕ ਸਮਾਂ ਸੀਗਾ ਕਿ ਕੈਂਸਰ ਸੁਣਦੇ ਹੀ ਰੂਹ ਕੰਬ ਜਾਂਦੀ ਸੀ ਔਰ ਅਸੀਂ ਕਿਤੇ ਟਾਵਾਂ ਹੀ ਸੁਣਿਆ ਜਾਂਦਾ ਸੀ। ਅੱਜ ਹਾਲਾਂਕਿ ਟੈਕਨੀਕਸ ਆ ਗਈਆਂ ਨੇ, ਹਾਲਾਂਕਿ ਦਵਾਈਆਂ ਆ ਗਈਆਂ ਨੇ, ਹਾਲਾਂਕਿ ਇਲਾਜ ਆ ਗਏ ਨੇ, ਔਰ ਜਿੰਨੇ ਕੁ ਇਲਾਜ ਸਾਹਮਣੇ ਆ ਗਏ ਨੇ ਉਨਾ ਹੀ ਬਿਮਾਰੀਆਂ ਵੱਧ ਵੀ ਬਹੁਤ ਗਈਆਂ। ਅਜਿਹੀਆਂ ਸਰੀਰ ਦੇ ਹਿੱਸੇ ਦੇ ਵਿੱਚ ਕੈਂਸਰ ਹੁੰਦੇ ਆ, ਜਦੋਂ ਸੁਣਦੇ ਆ ਤਾਂ ਕਈ ਵਾਰ ਰੂਹ ਕੰਬ ਜਾਂਦੀ ਹੈ, ਰਾਜ ਆਉਂਦਾ ਕਿ ਉੱਤੇ ਵੀ ਕੈਂਸਰ ਹੋ ਸਕਦਾ। ਸੋ ਬਹੁਤ ਚੀਜ਼ਾਂ ਤੇ ਵਿਚਾਰ ਕਰਨ ਦੀ ਲੋੜ ਹੈ, ਗੰਭੀਰ ਦੇ ਨਾਲ ਵਿਚਾਰ ਕਰਨ ਦੀ ਲੋੜ ਹੈ, ਤਾਂ ਕਿ ਅਜਿਹੇ ਸੁਖਾਲੇ ਐਨਵਾਇਰਨਮੈਂਟ ਕ੍ਰੀਏਟ ਕੀਤਾ ਜਾ ਸਕੇ ਜਿਸ ਦੇ ਨਾਲ ਸਮਾਜ ਸੋਹਣਾ ਤੇ ਸੁਚੱਜਾ ਹੋ ਸਕੇ। ਮੈਮ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਔਰ ਖਾਸ ਕਰਕੇ ਆਪਣਾ ਕੀਮਤੀ ਸਮਾਂ ਇੰਨੇ ਭਾਰੀ ਸਕੇਡਿਊਲ ਚੋਂ ਕੱਢਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ। ਸੋ ਸਾਂਝੀ ਗੱਲਬਾਤ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਹੀਂ, ਦੇਸ਼ ਦੁਨੀਆ ਦੀ तमाम ਵੱਡੀ ਖਬਰਾਂ ਤੇ ਹੋਰ ਪ੍ਰੋਗਰਾਮਸ ਦੇ ਲਈ ਤੁਸੀਂ ਜੁੜੇ ਰਹੋ ਸਾਂਝਾ ਟੀਵੀ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।
देखियो खबरनामा आया।